ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਆਪਾਂ ਨੈਬ ਤਹਿਸੀਲਦਾਰ ਦੇ ਲਈ ਪੋਲਿਟੀ ਦੇ MCQ ਕਰਾਂਗੇ। ਤਾਂ ਇਹਦੇ ਨਾਲ ਜਿਹੜੇ ਟੌਪਿਕ ਦਾ ਕਿਸੇ ਦਾ MCQ ਆਪਾਂ ਡਿਸਕਸ ਕਰਨਾ, ਉਹਦੇ ਨਾਲ ਜਿੰਨੇ ਇਫੈਕਟ ਹੋਣਗੇ ਐਗਜ਼ਾਮ ਦੇ ਓਰੀਐਂਟਡ, ਆਪਾਂ ਉਹ ਸਾਰੇ ਕੁਐਸਚਨ ਦੇ ਨਾਲ ਡਿਸਕਸ ਕਰਨੇ ਆ। ਤਾਂ ਤੁਸੀਂ ਇਹਨਾਂ ਦੇ ਲਈ ਡੈਮੋ ਜਿਹੜੀ ਪਹਿਲਾਂ ਵਾਲੀ ਵੀਡੀਓਜ਼ ਆਪਾਂ ਕੀਤੀਆਂ ਨੇ, ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਵੀ ਤੁਹਾਡਾ ਟੌਪਿਕ ਜਿਹੜਾ ਕੁਐਸਚਨ ਆਉਂਦਾ ਉਹ ਕਿਸ ਲੈਵਲ ਤੱਕ ਉਹਨੂੰ ਟੱਚ ਕੀਤਾ ਜਾਂਦਾ। ਤਾਂ ਤੁਹਾਨੂੰ ਖੁਦ ਨੂੰ ਵੀ ਕੌਨਫੀਡੈਂਸ ਹੋਣਾ ਚਾਹੀਦਾ ਵੀਡੀਓ ਦੇਖ ਕੇ ਕਿ ਹਾਂ ਵਾਕਈ ਅਸੀਂ ਪੋਲਿਟੀ ਦਾ ਕੋਈ ਚੀਜ਼ ਪੜ੍ਹੀ ਆ, ਅਗਰ ਇਹਦੇ ਵਿੱਚੋਂ ਕੁਐਸਚਨ ਆਉਂਦਾ ਦੈਨ ਅਸੀਂ ਉਹਨੂੰ ਸੋਲਵ ਕਰ ਲਾਂਗੇ। ਤਾਂ ਬੱਚੇ ਜਿਹੜੇ ਚੈਨਲ ਦੇ ਉੱਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ। ਨਾਲ ਹੀ ਸਾਡਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਿਓ, ਉਹਦੇ ਤੇ ਹਰੇਕ ਸ਼ਡਿਊਲ ਜਾਂ ਫਿਰ ਡੇਲੀ ਕਰੰਟ ਅਫੇਅਰ ਉਹਦੇ ਤੇ ਅਪਡੇਟ ਕੀਤੇ ਜਾਂਦੇ ਆ। ਤਾਂ ਉਹਨੂੰ ਵੀ ਤੁਸੀਂ ਜੁਆਇਨ ਕਰੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ। ਜਿਨ੍ਹਾਂ ਨੇ ਪਹਿਲਾਂ ਵਾਲੀ ਵੀਡੀਓਜ਼ ਨਹੀਂ ਦੇਖੀਆਂ ਤਾਂ ਬੱਚੇ ਉਹਨੂੰ ਵੀ ਦੇਖ ਲਿਓ। ਤਾਂ ਇਹ ਆਪਾਂ ਹੁਣ ਅੱਜ ਸਟਾਰਟ ਕਰਾਂਗੇ। ਦੇਖੋ ਇਹਦੇ 'ਚ ਪਹਿਲਾ ਕੁਐਸਚਨ ਕੀ ਕਹਿੰਦਾ, ਦ ਟਰਮ ਸੋਸ਼ਲਿਸਟ ਵਾਜ਼ ਐਡਡ ਇਨ ਦਾ ਪ੍ਰੈਂਬਲ। ਤਾਂ ਇਹ ਪ੍ਰੈਂਬਲ ਨੂੰ ਲੈ ਕੇ, ਪ੍ਰੈਂਬਲ ਨਾਲ ਰਿਲੇਟਡ ਕੁਐਸਚਨ ਆ, ਬੜਾ ਇੰਪੋਰਟੈਂਟ ਟੌਪਿਕ ਆ। ਪ੍ਰੈਂਬਲ ਕਿਸੇ ਵੀ ਐਗਜ਼ਾਮ ਨੂੰ ਤੁਸੀਂ ਅਗਰ ਦੇ ਰਹੇ ਹੋ ਤਾਂ ਉਹਦੇ 'ਚ ਪ੍ਰੈਂਬਲ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੁੰਦਾ। ਤਾਂ ਇਹਦੇ 'ਚ ਜਦੋਂ ਆਪਣਾ ਪ੍ਰੈਂਬਲ ਜਿਹੜਾ ਬਣਿਆ ਸੀ, ਠੀਕ ਆ, ਜਾਂ ਸਟਾਰਟਿੰਗ ਦੇ ਵਿੱਚ ਇਹਦੇ 'ਚ ਤੁਸੀਂ ਯਾਦ ਰੱਖਣਾ SDR ਸੀ, ਠੀਕ ਆ। ਵੈਸੇ ਹੁਣ ਇਹ ਰੈਮ ਵੀ ਹੁੰਦੀਆਂ ਨੇ ਐਵੇਂ ਦੀਆਂ, ਪਰ ਰੈਮ ਨਹੀਂ ਹੈਗਾ ਇਹ, ਤੇ ਤੁਸੀਂ ਇੱਕ ਯਾਦ ਕਰਨ ਦੇ ਲਈ ਤੁਹਾਨੂੰ ਤਰੀਕਾ ਤਾਂ ਯਾਦ ਰੱਖਣਾ ਵੀ ਪਹਿਲਾਂ SDR ਸੀ, ਬਟ ਇਸ ਤੋਂ ਬਾਅਦ ਇਹ ਹੋ ਗਿਆ SSSR। ਹੁਣ ਮੈਂ ਤੁਹਾਨੂੰ ਇਹਦਾ ਲੌਜਿਕ ਦੱਸਦਾ ਵੀ ਕੀ ਹੈ ਇਹਦੇ 'ਚ। ਓਕੇ, ਤਾਂ ਹੁਣ ਪਹਿਲਾਂ ਕੁਐਸਚਨ ਦੇਖੋ ਵੀ ਜਿਹੜਾ ਸੋਸ਼ਲਿਸਟ ਸ਼ਬਦ ਆ ਉਹ ਸੰਵਿਧਾਨ ਦੇ ਵਿੱਚ ਆਪਾਂ ਬਾਅਦ ਦੇ ਵਿੱਚ ਐਡ ਕੀਤਾ ਗਿਆ। ਇਹਦਾ ਮਤਲਬ ਸੋਸ਼ਲਿਸਟ ਸ਼ਬਦ ਪਹਿਲਾਂ ਨਹੀਂ ਸੀ, ਠੀਕ ਆ। ਤਾਂ ਇਹਦਾ ਕਰੈਕਟ ਆਨਸਰ ਕੀ ਆ ਵੀ ਇਹ ਕਦੋਂ ਐਡ ਕੀਤਾ ਗਿਆ? ਇਹ ਐਡ ਕੀਤਾ ਗਿਆ ਸੀ, ਇਹਦਾ ਕਰੈਕਟ ਆਨਸਰ ਆ ਇਹ, ਜਦੋਂ 42ਵੀਂ ਸੋਧ ਹੋਈ। ਤਾਂ ਹੁਣ 42ਵੀਂ ਸੋਧ ਨੂੰ ਕਿਹਾ ਜਾਂਦਾ ਮਿਨੀ ਕੌਂਸਟੀਟਿਊਸ਼ਨ, ਜਾਣੀ ਕਿ ਮਿਨੀ ਸੰਵਿਧਾਨ। ਡਨ। ਕਿਉਂ? ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਆਰਟੀਕਲ ਸੀਗੇ ਜਿਹੜੇ ਉਹ ਚੇਂਜ ਕੀਤੇ ਗਏ। ਇਹ ਹੋਈ ਸੀ 1976 ਦੇ ਵਿੱਚ, ਕੀਤੀ ਕਿਹਨੇ ਸੀ? ਇੰਦਰਾ ਗਾਂਧੀ ਨੇ। ਤਾਂ ਕਾਫੀ ਜ਼ਿਆਦਾ ਜਿਹੜੇ ਇਹਦੇ ਸੀਗੇ। ਇਹ 44ਵੀਂ ਜਦੋਂ ਮੋਰਾਰਜੀ ਦੇਸਾਈ ਨੇ ਕੀਤੀ ਅਮੈਂਡਮੈਂਟ 2 ਸਾਲ ਬਾਅਦ, ਤਾਂ ਫਿਰ ਇਸ ਤੋਂ ਬਾਅਦ ਇਹਦੇ 'ਚ ਕਾਫੀ ਜਿਹੜੇ ਸੀਗੇ ਉਹ ਦੁਬਾਰੇ ਮਤਲਬ ਪਹਿਲਾਂ ਵਾਲੀ ਅਵਸਥਾ ਦੇ ਵਿੱਚ ਲੈ ਆਉਂਦੇ ਸੀ। ਤਾਂ ਇਹ ਅਮੈਂਡਮੈਂਟ ਜਦੋਂ ਹੋਈ ਤਾਂ ਇਹਦੇ ਬਾਰੇ ਹੁਣ ਕੁਝ ਕੁ ਫੈਕਟ ਨੇ ਜਿਨ੍ਹਾਂ ਨੂੰ ਆਪਾਂ ਇੱਥੇ ਡਿਸਕਸ ਕਰਾਂਗੇ। ਤਾਂ ਦੇਖੋ, ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਹੁੰਦਾ ਸੀ SDR। ਹੁਣ ਇਹਦੀ ਇਹ ਫੁੱਲ ਫਾਰਮ ਇੱਥੇ ਕੀ ਬਣਦੀ ਆ? ਇਹਦਾ ਮਤਲਬ ਸੀਗਾ S ਦੇ ਸੋਬਰੀਅਨ, D ਤੇ ਡੈਮੋਕ੍ਰੈਟਿਕ ਐਂਡ R ਤੇ ਰਿਪਬਲਿਕ। ਦੇਖੋ ਬੱਚੇ, ਤੁਸੀਂ ਸਭ ਨੇ ਇਹਨਾਂ ਦੇ ਟਰਮਸ ਤਾਂ ਤੁਹਾਨੂੰ ਪਤਾ ਹੀ ਹੋਣਗੀਆਂ ਵੀ ਸੋਬਰੀਅਨ ਹੁੰਦਾ ਜਿਹੜਾ ਆਪਦੇ ਆਪ 'ਚ ਫੈਸਲੇ ਲੈਣ ਲਈ ਦੇਸ਼ ਸੁਤੰਤਰ ਹੋਵੇ, ਅਤੇ ਜਿਹੜਾ ਰਿਪਬਲਿਕ ਹੁੰਦਾ ਡੈਮੋਕ੍ਰੇਸੀ ਹੁੰਦੀ ਹੈ। ਰਿਪਬਲਿਕ ਉਹਨਾਂ ਦਾ ਰਾਜਾ ਉਹਨਾਂ ਦੇ ਦੁਆਰਾ ਚੁਣਿਆ ਹੁੰਦਾ, ਪਬਲਿਕ ਦੇ ਦੁਆਰਾ ਇਲੈਕਟ ਹੁੰਦਾ। ਓਕੇ, ਤਾਂ ਪਹਿਲਾਂ SDR ਹੁੰਦਾ ਸੀ, ਬਟ ਜਦੋਂ 42ਵੀਂ ਸੋਧ ਹੋਈ, 42ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ 1976 ਬਾਏ ਇੰਦਰਾ ਗਾਂਧੀ, ਤਾਂ ਜਦੋਂ ਇਹ ਹੋਈ ਫਿਰ ਇਸ ਤੋਂ ਬਾਅਦ ਪਹਿਲੀ S ਉਮੀ ਪਈ ਆ, D ਵੀ ਉਮੀ ਪਈ ਆ, R B ਉਮੀ ਪਈ ਆ, ਬਟ ਇੱਥੇ 2 S ਐਡ ਕਰਤੀਆਂ ਨਵੀਆਂ। ਆਹ ਵਾਲੀਆਂ ਮੈਂ ਅੰਡਰਲਾਈਨ ਕਰ ਰਿਹਾ, ਇੱਥੇ ਮੈਂ ਪਲੱਸ ਪਾ ਰਿਹਾ ਕਿਉਂਕਿ ਇਹ 42ਵੀਂ ਅਮੈਂਡਮੈਂਟ ਦੇ ਨਾਲ ਦੁਬਾਰੇ ਐਡ ਕੀਤੀਆਂ ਗਈਆਂ। ਕਿਉਂਕਿ ਇੱਕ ਵਾਰ UPSC ਨੇ ਇਹਨੂੰ ਕੁਐਸਚਨ ਕੀਤਾ ਸੀ ਕਿ ਤੁਸੀਂ ਇਹਨੂੰ ਸੀਰੀਜ਼ ਵਾਈ ਲਿਖੋ, ਮਤਲਬ ਕਿਹੜਾ ਕਿਹੜਾ ਉਹਦੇ 'ਚ ਸ਼ਬਦ ਕਿਸ ਹਿਸਾਬ ਦੇ ਨਾਲ ਲਿਖੇ ਹੋਏ ਆ, ਠੀਕ ਆ। ਤਾਂ ਉਹ ਹਿਸਾਬ ਦੇ ਨਾਲ ਉਹਨਾਂ ਨੇ ਪੁੱਛ ਲਈ ਸੀ ਉਹਦੀ ਤਰਤੀਬ ਕੀ ਆ। ਤਾਂ ਹੁਣ ਇਹ ਧਿਆਨ 'ਚ ਰੱਖਣਾ। ਦੇਖੋ, ਜਿਹੜੀ ਪਹਿਲੀ S ਸੀ ਸੋਸ਼ਲਿਸਟ, ਉਹ ਜਮਾਂ ਉਮੀ ਪਈ ਆ, ਲਾਸਟ ਤੇ ਰਿਪਬਲਿਕ ਉਮੀ ਆ, ਡੈਮੋਕ੍ਰੈਟਿਕ ਵੀ ਉਸ ਤਰ੍ਹਾਂ ਗਾ। ਜਿਹੜੀ ਦੂਸਰੀ ਸੈਕੰਡ S ਲੱਗੀ ਆ ਉਹਦਾ ਮਤਲਬ ਰੱਖਤਾ ਸੋਸ਼ਲਿਸਟ, ਠੀਕ ਆ। ਆ ਜਿਹੜਾ ਸੋਸ਼ਲਿਸਟ ਸ਼ਬਦ ਹੁੰਦਾ ਇਹ ਸੈਕੰਡ ਨੰਬਰ 'ਤੇ ਆਉਂਦਾ, ਔਰ ਜਿਹੜੀ ਇਸ ਤੋਂ ਬਾਅਦ ਵਾਲੀ ਆਈ ਆ ਇਹਦਾ ਨਾਮ ਰੱਖਿਆ ਸੈਕੂਲਰ। ਹੁਣ ਸੈਕੂਲਰ ਕਿਹੜੀ ਹੁੰਦੀ ਆ? ਸੈਕੂਲਰ ਉਹ ਹੁੰਦੀ ਆ ਵੀ ਜਿੱਥੇ ਸਟੇਟ ਦਾ ਜਾਂ ਦੇਸ਼ ਦਾ ਕੋਈ ਵੀ ਧਰਮ ਨਹੀਂ ਹੈਗਾ, ਸਾਰਿਆਂ ਦੇ ਲਈ ਆਪਦੇ ਧਰਮ ਕੋਈ ਵੀ ਮੰਨ ਸਕਦਾ, ਪਰ ਕੰਟਰੀ ਵੱਲੋਂ ਫਿਕਸ ਧਰਮ ਕੋਈ ਨਹੀਂ ਹੈਗਾ ਵੀ ਕਿਸੇ ਨੇ ਆਹ ਧਰਮ ਨੂੰ, ਆਹ ਰਿਲੀਜਨ ਨੂੰ ਫੋਲੋ ਕਰਨਾ। ਜਦੋਂ ਧਰਮ ਨਿਰਪੱਖ ਦੇਸ਼ ਹੋਵੇ ਉਹਨੂੰ ਕਿਹਾ ਜਾਂਦਾ ਸੈਕੂਲਰ ਕੰਟਰੀ। ਤਾਂ ਬੱਚੇ ਦੇਖੋ, 42ਵੀਂ ਸੋਧ 1976 ਦੇ ਵਿੱਚ ਇਹਦੇ 'ਚ ਹੋਰ ਵੀ ਕਾਫੀ ਚੇਂਜਸ ਹੋਈਆਂ ਸੀ, ਬਟ ਜਿੰਨਾ ਆਪਣੇ ਕੁਐਸਚਨ ਓਰੀਐਂਟਡ ਆ, ਕਿਉਂਕਿ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਸੈਪਰੇਟਲੀ ਉਹਦੇ ਨਾਲ ਜਦੋਂ 42ਵੀਂ ਅਮੈਂਡਮੈਂਟ ਜੁੜੂਗੀ ਆਪਾਂ ਉਹਦੇ ਨਾਲ ਇਹਨੂੰ ਉੱਥੇ ਹੋਰ ਡਿਸਕਸ ਕਰ ਲਾਂਗੇ। ਤਾਂ ਇੱਥੇ ਇਹ ਆਪਣਾ ਪ੍ਰੈਂਬਲ ਦੇ ਨਾਲ ਜੁੜ ਰਿਹਾ ਸੀ, ਦੈਨ ਆਪਾਂ ਇਹਨੂੰ ਪ੍ਰੈਂਬਲ ਦੇ ਨਾਲ ਜੋੜ ਕੇ ਤੁਹਾਨੂੰ ਦੱਸਿਆ ਵੀ ਪਹਿਲਾਂ SDR ਸੋਬਰੀਅਨ ਡੈਮੋਕ੍ਰੈਟਿਕ ਰਿਪਬਲਿਕ ਹੁੰਦਾ ਸੀ, ਫਿਰ ਸੈਕੰਡ ਔਰ ਥਰਡ ਨੰਬਰ 'ਤੇ ਸੋਸ਼ਲਿਸਟ ਔਰ ਸੈਕੂਲਰ ਸ਼ਬਦ ਸੀ ਜਿਹੜੇ ਉਹ 2 ਐਡ ਕੀਤੇ ਗਏ। ਤਾਂ ਹੁਣ ਇਹ ਹੋ ਗਿਆ SSSR। ਉਮੀਦ ਕਰਦਾ ਵੀ ਤੁਹਾਨੂੰ ਇੰਨਾ ਕੁ ਸਮਝ ਲੱਗ ਗਿਆ ਹੋਊਗਾ। ਤਾਂ ਹੋਰ ਇਹਦੇ 'ਚ ਇੱਕ ਇੰਪੋਰਟੈਂਟ ਗੱਲ ਕੀ ਹੋਈ, ਪ੍ਰੈਂਬਲ ਦੇ ਵਿੱਚ ਇੱਕ ਚੇਂਜ ਹੋਰ ਕੀਤਾ ਗਿਆ, ਉਹ ਵੀ ਤੁਸੀਂ ਦੇਖੋ ਕਾਪੀ ਪੈਨ ਨਾਲ ਲੈ ਕੇ ਬੈਠਿਆ ਕਰੋ। ਜਿਹੜੇ ਸ਼ਬਦ ਹੁੰਦੇ ਆ ਬੱਚੇ, ਕੁਛ ਕੁ ਗੱਲਾਂ ਹੁੰਦੀਆਂ ਨੇ ਜਿਹੜੀਆਂ ਨੋਟ ਕਰਨ ਵਾਲੀਆਂ ਹੁੰਦੀਆਂ ਨੇ, ਕੁਛ ਕੁ ਹੁੰਦੀਆਂ ਤੁਸੀਂ ਐਵੇਂ ਐਜ਼ ਇਟ ਸੁਣ ਸਕਦੇ ਹੋ। ਤਾਂ ਪਹਿਲਾਂ ਇੱਕ ਹੁੰਦਾ ਸੀ ਆਪਣੇ ਯੂਨਿਟੀ ਆਫ ਦ
ਨੇਸ਼ਨ, ਯੂਨਿਟੀ ਆਫ ਦਾ ਨੇਸ਼ਨ ਹੁੰਦਾ ਸੀ, ਬਟ ਇਹਦੀ ਜਗ੍ਹਾ ਦੇ ਉੱਤੇ ਹੋ ਗਿਆ ਸੀ ਯੂਨਿਟੀ ਐਂਡ ਇੰਟੀਗ੍ਰਿਟੀ। ਮਤਲਬ ਇੱਥੇ ਸ਼ਬਦ ਕਿਹੜਾ ਲੱਗ ਗਿਆ ਨਵਾਂ, ਇੱਥੇ ਸ਼ਬਦ ਜੁੜ ਗਿਆ ਇੰਟੀਗ੍ਰਿਟੀ, ਇੰਟੀਗ੍ਰਿਟੀ ਆਫ ਦਾ ਨੇਸ਼ਨ। ਤਾਂ ਆਹ ਵਾਲਾ ਸ਼ਬਦ ਜਿਹੜਾ ਜੁੜਿਆ ਇੰਟੀਗ੍ਰਿਟੀ, ਇਹ ਵੀ 42ਵੀਂ ਅਮੈਂਡਮੈਂਟ ਦੇ ਨਾਲ ਜੁੜਿਆ। ਤਾਂ ਆਹ ਤਾਂ ਹੋ ਗਿਆ ਪ੍ਰੈਂਬਲ ਦੇ ਵਿੱਚ ਕੀ ਕੀ ਚੇਂਜਸ ਹੋਈਆਂ, ਤਬਦੀਲੀਆਂ ਹੋਈਆਂ। ਇੱਕ ਵਾਰੀ ਅਮੈਂਡ ਕੀਤਾ ਗਿਆ ਪ੍ਰੈਂਬਲ, ਉਹ ਵੀ 42ਵੀਂ ਸੋਧ ਦੇ ਨਾਲ। ਤਾਂ ਬੱਚੇ ਆਹ ਚੀਜ਼ ਤੁਹਾਨੂੰ ਕਲੀਅਰ ਹੋ ਗਈ। ਉਮੀਦ ਕਰਦਾ ਵੀ ਤੁਹਾਨੂੰ ਪਹਿਲਾ ਕੁਐਸਚਨ ਆਪਣਾ ਬਿਲਕੁਲ ਕਲੀਅਰ ਹੋ ਗਿਆ ਹੋਊਗਾ। ਤਾਂ ਇਹਦਾ ਕਰੈਕਟ ਆਨਸਰ ਹੁਣ ਦੇਖੋ ਕੀ ਸੀ। ਜਿਹੜਾ ਸੋਸ਼ਲਿਸਟ ਸ਼ਬਦ ਆ ਇਹ ਤੁਹਾਨੂੰ ਪਤਾ ਲੱਗਿਆ ਵੀ ਇਹ ਸੈਕੰਡ ਨੰਬਰ ਤੇ ਐਡ ਕੀਤਾ ਗਿਆ ਸੀ। ਪਹਿਲੇ ਤੇ ਕੀ ਸੀਗਾ, ਸੋਬਰੀਅਨ ਆ, ਦੂਸਰੇ ਤੇ ਸੋਸ਼ਲਿਸਟ ਆ, ਤੀਸਰੇ ਤੇ ਸੈਕੂਲਰ ਆ, ਡੀ ਤੇ ਡੈਮੋਕ੍ਰੈਟਿਕ ਆ, ਆਰ ਤੇ ਆਪਣਾ ਰਿਪਬਲਿਕ ਆ, ਬਿਲਕੁਲ ਲਾਸਟ ਤੇ। ਤਾਂ ਇਹ ਕਿਹੜੀ ਅਮੈਂਡਮੈਂਟ ਦੇ ਨਾਲ ਕੀਤਾ ਗਿਆ ਸੀ, ਤਾਂ ਇਹਦਾ ਕਰੈਕਟ ਆਨਸਰ ਹੈਗਾ ਏ। ਤੁਸੀਂ ਇਹਨੂੰ ਨੋਟ ਕਰ ਲਿਆ ਹੋਊਗਾ। ਹੁਣ ਆਪਾਂ ਇਹਦੇ ਕੁਝ ਫੈਕਟ ਹੋਰ ਦੇਖ ਲੈਂਦੇ ਹਾਂ। ਦੇਖੋ ਪਹਿਲਾਂ 1960 ਦੇ ਵਿੱਚ ਇੱਕ ਕੇਸ ਆਇਆ, ਵੈਸੇ ਮੈਂ ਤੁਹਾਨੂੰ ਸਾਰੇ ਕੇਸ ਤਾਂ ਨਹੀਂ ਦੱਸਦਾ, ਜਿਹੜੇ ਇੰਪੋਰਟੈਂਟ ਜਿੰਨੀ ਕੁ ਗੱਲ ਹੋਊਗੀ। ਬੇਰੂਬਰੀ ਕੇਸ, ਤਾਂ ਬੇਰੂਬਰੀ ਕੇਸ ਹੋਇਆ, ਤਾਂ ਇਹਦੇ 'ਚ ਸੁਪਰੀਮ ਕੋਰਟ ਨੇ ਕਿਹਾ, ਜਿਹੜਾ ਬੇਰੂਬਰੀ ਕੇਸ 1960 ਦਾ ਸੀ, ਕਿਹਾ ਕਿ ਜਿਹੜਾ ਪ੍ਰੈਂਬਲ ਆ, ਪ੍ਰੈਂਬਲ not a part of constitution, ਕਿ ਸੰਵਿਧਾਨ ਦਾ ਭਾਗ, ਇਹਨੇ ਕਹਿਤਾ ਸੀ ਸਾਫ਼ ਤੌਰ ਤੇ ਵੀ ਇਹ ਉਹਦਾ ਭਾਗ ਨਹੀਂ ਹੈਗਾ। ਬੇਰੂਬਰੀ ਕੇਸ ਨੇ ਇਹ ਕਹਿਤਾ। ਫਿਰ ਇਸ ਤੋਂ ਬਾਅਦ ਕੇਸ ਤਾਂ ਬੱਚੇ ਹੋਰ ਵੀ ਆਏ, ਪਰ ਆਪਾਂ ਇੰਪੋਰਟੈਂਟ ਹੀ ਦੇਖਣਾ। ਫਿਰ ਇਹ ਤੋਂ ਬਾਅਦ ਆਇਆ 1973 ਦੇ ਵਿੱਚ। ਇਹ ਬੜਾ ਇੰਪੋਰਟੈਂਟ ਕੇਸ ਆ ਹਰ ਐਗਜ਼ਾਮ ਦੇ ਲਈ, ਕੋਈ ਚਾਹੇ ਲਾਅ ਵਾਲਾ, ਉਹਦੇ ਤਾਂ ਹੋਰ ਵੀ ਹੁੰਦੇ ਆ। ਕੇਸਵਾਨਾ ਕੇਸਵਾਨਾਥ ਨੇ ਹੈਗਾ, ਕੇਸਵਾਨੰਦ ਭਾਰਤੀ ਕੇਸ ਆ, ਠੀਕ ਆ, ਕੇਸਵਾਨੰਦ ਭਾਰਤੀ ਕੇਸ, ਇਹ ਕੇਰਲਾ ਦਾ ਸੀਗਾ। ਇਹਦੇ 'ਚ ਹੀ ਸਭ ਤੋਂ ਹਜੇ ਤੱਕ ਦੀ ਵੱਡੀ ਬੈਂਚ ਬਣੀ ਆ 13 ਜੱਜਾਂ ਦੀ, ਔਰ 7-6 ਰੇਸ਼ੋ ਦੀ ਨਾਲ ਇਹਦੇ ਨਾਲ ਫੈਸਲਾ ਹੋਇਆ ਸੀਗਾ ਇਹਦੇ ਵਿੱਚ। ਤਾਂ ਸੁਪਰੀਮ ਕੋਰਟ ਨੇ ਇਹਦੇ ਵਿੱਚ ਕੀ ਕਿਹਾ ਸੀਗਾ, ਇਹ ਗੱਲ ਆਪਣੇ ਲਈ ਇੰਪੋਰਟੈਂਟ ਆ। ਇੱਕ ਕੇਸ ਕਿੰਨੇ 'ਚ ਹੋਇਆ ਸੀ, 1973 ਦੇ ਵਿੱਚ ਹੋਇਆ ਸੀ। ਇੱਕ ਸਭ ਤੋਂ ਵੱਡੀ ਜੱਜਾਂ ਦੀ ਬੈਂਚ ਕਿਹਦੇ 'ਚ ਬਣੀ ਆ, ਉਹ ਵੀ ਇਸੇ ਕੇਸ ਦੇ ਵਿੱਚ ਬਣੀ ਆ। ਤਾਂ ਕਿਹੜੀ ਸਟੇਟ ਗਵਰਨਮੈਂਟ ਦੇ ਨਾਲ ਸੀ ਇਹ, ਕੇਰਲਾ ਦੀ ਗਵਰਨਮੈਂਟ ਦੇ ਨਾਲ ਸੀ। ਤਾਂ ਸੁਪਰੀਮ ਕੋਰਟ ਨੇ ਇਹਦੇ 'ਚ ਕਿਹਾ ਕਿ ਜਿਹੜੇ ਫੰਡਾਮੈਂਟਲ ਰਾਈਟਸ ਨੇ, ਜਾਣੀ ਕਿ ਮੁੱਢਲੇ ਅਧਿਕਾਰ ਨੇ, ਉਹਨਾਂ ਨੂੰ ਸੰਸਦ ਯਾਨੀ ਕਿ ਪਾਰਲੀਮੈਂਟ ਚੇਂਜ ਜਾਂ ਅਮੈਂਡ, ਮਤਲਬ ਸੋਧ ਕਰ ਸਕਦਾ ਉਹਦੇ 'ਚ, ਠੀਕ ਆ, ਕਰ ਸਕਦਾ। ਪਰ ਇੱਥੇ ਕੰਡੀਸ਼ਨ ਕੀ ਲਾਤੀ, ਬਟ ਜਿਹੜਾ ਬੇਸਿਕ ਸਟਰਕਚਰ ਆ, ਬੇਸਿਕ ਸਟਰਕਚਰ ਨੂੰ ਨਹੀਂ ਬਦਲ ਸਕਦੀ, ਠੀਕ ਆ। ਹੁਣ ਜਿਹੜਾ ਇਹ ਬੇਸਿਕ ਸਟਰਕਚਰ ਆ ਉਹ ਕੀ ਆ, ਬੇਸਿਕ ਸਟਰਕਚਰ ਜੋ ਹੈਗਾ ਗਾ ਆਪਣੇ ਪ੍ਰੈਂਬਲ ਦੇ ਵਿੱਚ, ਉਹ ਇਹਦਾ ਆਪਣਾ ਬੇਸਿਕ ਸਟਰਕਚਰ ਆ। ਤਾਂ ਤੁਹਾਨੂੰ ਹੁਣ ਇਹ ਚੀਜ਼ ਦਾ ਕਲੀਅਰ ਹੁੰਦੀ ਚੱਲ ਰਹੀ ਹੋਊਗੀ ਵੀ ਇਹਦੇ 'ਚ ਕੀ ਹੋ ਰਿਹਾ। ਬੱਚੇ ਇਹਨੂੰ ਤੁਸੀਂ ਨੋਟ ਕਰ ਲਿਆ, ਦੈਨ ਇਹਨੂੰ ਆਪਾਂ ਅਰੇਜ਼ ਕਰਦਾ। ਮੈਂ ਇੱਕ ਹੋਰ ਫੈਕਟ ਦੱਸਣਾ ਇਹਦੇ ਬਾਰੇ ਤੁਹਾਨੂੰ। ਤਾਂ ਦੇਖੋ ਜਿਹੜਾ ਆਪਣੇ ਇਹਦੇ 'ਚ ਪ੍ਰੈਂਬਲ ਹੈ, ਇਹ ਕਿੱਥੋਂ ਆਇਆ ਸੀ, ਇਹ ਰੱਖਿਆ ਸੀਗਾ ਓਬਜੈਕਟਿਵ ਰੈਜੂਲੇਸ਼ਨ ਰੱਖਿਆ ਸੀ, ਕਿਹਨਾਂ ਦੇ ਦੁਆਰਾ, JL ਨਹਿਰੂ, ਜਾਣੀ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ। ਕਦੋਂ, 13 ਦਸੰਬਰ 1946। ਔਰ ਇਹ ਅਡੋਪਟ, ਬਸ ਸਾਰਾ ਡਿਟੇਲ 'ਚ ਨਹੀਂ ਜਾਣਾ ਆਪਾਂ। ਅਡੋਪਟ ਕਦੋਂ ਨੂੰ ਕੀ ਹੋਇਆ ਸੀ, ਇਹ 22 ਜਨਵਰੀ 1947 ਨੂੰ, ਠੀਕ ਆ। ਬਸ ਆਹ ਇਹਦੇ 'ਚ ਤੁਸੀਂ ਇੰਨੀ ਕੁ ਚੀਜ਼ ਯਾਦ ਰੱਖਣੀ ਆ। ਅਤੇ ਆਹ ਦੋ ਜਿਹੜੇ ਮੈਂ ਤੁਹਾਨੂੰ ਕੇਸ ਦੱਸਿਆ ਇਹ ਠੀਕ ਆ। ਹੁਣ ਆਪਾਂ ਪ੍ਰੈਂਬਲ ਦੇ ਬਾਰੇ 2-4 ਫੈਕਟ ਨੇ ਜਿਹੜੇ ਹੋਰ ਦੇਖ ਲੈਂਦੇ ਆ। ਇਹ ਤੋਂ ਬਾਅਦ ਆਪਣਾ ਪ੍ਰੈਂਬਲ ਇੱਕ ਅੱਧੇ ਕੁਐਸਚਨ 'ਚ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਜਦੋਂ ਪ੍ਰੈਂਬਲ ਹੋਰ ਕਰ ਲਿਆ, ਜਿਹੜੇ ਇਹਦੇ ਬਾਰੇ ਫੈਕਟ ਹੋਰ ਹੋਣਗੇ ਆਪਾਂ ਉਹਦੇ 'ਚ ਕਲੀਅਰ ਕਰਵਾ ਦਾਂਗੇ। ਤਾਂ ਤੁਹਾਨੂੰ ਪੇਪਰ ਤੱਕ ਜਿਹੜੇ ਟੌਪਿਕ ਆਪਾਂ ਕਰ ਲਏ ਉਹਨਾਂ ਦੇ ਵਿੱਚੋਂ ਕੁਐਸਚਨ ਨਹੀਂ ਤੁਹਾਡਾ ਕੋਈ ਅੜੂਗਾ। ਤਾਂ ਪ੍ਰੈਂਬਲ ਦੀ ਗੱਲ ਕਰੀਏ ਤਾਂ ਪ੍ਰੈਂਬਲ ਦੇ ਬਾਰੇ ਸਿੱਧੇ ਫੈਕਟ ਆ ਜਾਂਦੇ ਆ ਵੀ ਇਹਦੇ ਡਿਫਰੈਂਸ ਕਰੋ, ਉਹਦੇ ਨਾਲ ਕੀ ਫ਼ਰਕ ਆ। ਪਹਿਲੀ ਗੱਲ ਤਾਂ ਇਹ ਨੋਨ ਜਸਟਿਸੇਬਲ ਆ, ਠੀਕ ਆ। ਦੂਸਰਾ, ਇਨਫੋਰਸ ਨਹੀਂ ਕੀਤਾ ਜਾ ਸਕਦਾ ਕੋਰਟ ਦੇ ਵਿੱਚ, ਕਾਂਟ ਇਨਫੋਰਸ ਅ ਕੋਰਟ, ਬਸ ਇੰਨਾ ਤੁਸੀਂ ਇਹਨੂੰ ਯਾਦ ਰੱਖਿਓ। ਫਿਰ ਇਸ ਤੋਂ ਬਾਅਦ ਇਹਦੇ 'ਚ ਆਪਣੇ ਕੀ ਆ, ਇਹਦੇ 'ਚ ਜਸਟਿਸ ਆ, ਕੀ ਹੈ ਇਹਦੇ 'ਚ, ਜਸਟਿਸ ਆ। ਜਸਟਿਸ ਕਿਹੜਾ, ਤਿੰਨ ਤਰ੍ਹਾਂ ਦਾ, ਸੋਸ਼ਲ ਆ, ਹੋਰ ਇਕਨੋਮਿਕ ਆ ਐਂਡ ਪੋਲੀਟੀਕਲ ਆ। ਤਿੰਨ ਤਰ੍ਹਾਂ ਦੇ ਜਸਟਿਸ ਦੀ ਗੱਲ ਕਰਦਾ ਇਹ, ਡਨ। ਫਿਰ ਇਸ ਤੋਂ ਬਾਅਦ ਇਹਦੇ 'ਚ ਸਾਨੂੰ ਲਿਬਰਟੀ ਦੀ ਵੀ ਗੱਲ ਕਰਦਾ ਇਹ।
ਲਿਬਰਟੀ ਕਾਹਦੀ ਆ, ਥੋਟ ਦੀ ਆ, ਐਕਸਪ੍ਰੈਸ਼ਨ ਦੀ ਆ, ਬਲੀਫ ਦੀ ਆ, ਫੇਥ ਦੀ ਆ, ਵਰਸ਼ਿਪ ਦੀ ਆ। ਤਾਂ ਇਹ ਵੀ ਯਾਦ ਰੱਖਿਓ। ਇਕੁਅਲਿਟੀ ਆ, ਸਟੇਟਸ ਤੇ ਅਪਰਚੂਨਿਟੀ, ਉਹ ਸਾਰੀਆਂ ਚੀਜ਼ਾਂ। ਬਾਕੀ ਆਪਣਾ ਫਰੈਟਰਨਿਟੀ ਯਾਨੀ ਕਿ ਭਾਈਚਾਰਾ, ਬੰਧੁਤਵ ਦੀ ਭਾਵਨਾ ਜਾਂ ਉਹਦੀ ਮਤਲਬ ਕਿ ਇਕਾਗਰਤਾ ਬਣਾ ਕੇ ਰੱਖਣੀ, ਤਾਂ ਉਹ ਚੀਜ਼ ਆਪਣੀ ਕਾਹਦੇ 'ਚ ਦੱਸੀ ਹੋਈ ਆ, ਪ੍ਰੈਂਬਲ ਦੇ ਵਿੱਚ ਦੱਸੀ ਹੋਈ ਆ। ਇਹ ਤੋਂ ਬਿਨਾਂ ਦੇਖੋ ਆਪਣਾ ਜਿਹੜਾ UPSC ਨੇ ਨਾ 2016 ਦੇ ਵਿੱਚ ਇੱਕ ਕੁਐਸਚਨ ਕਰਿਆ ਸੀ ਇਹਦੇ ਰਿਗਾਰਡਿੰਗ ਪ੍ਰੈਂਬਲ ਦੇ 'ਚ। ਉਹਦੇ 'ਚ ਆਇਆ ਸੀ ਇੱਕ ਇਕਨੋਮਿਕ ਫਰੀਡਮ ਦਿੱਤਾ ਸੀ ਉਹਨਾਂ ਨੇ, ਇੱਕ ਇਕਨੋਮਿਕ ਜਸਟਿਸ ਦਿੱਤਾ ਸੀ। ਤਾਂ ਇਹਦੇ 'ਚ ਉਹਨਾਂ ਨੇ ਪੁੱਛਿਆ ਸੀ ਵੀ ਕਿਹੜੀ ਚੀਜ਼ ਇਹਦੇ 'ਚੋਂ ਕਰੈਕਟ ਆ। ਜਾਂ ਹੁਣ ਮੇਰਾ ਪੂਰਾ ਕੁਐਸਚਨ ਤਾਂ ਧਿਆਨ 'ਚ ਨਹੀਂ ਆ ਰਿਹਾ, ਬਟ ਉਹ ਐਗਜ਼ਾਮ ਦੇ ਵਿੱਚ ਕੁਐਸਚਨ ਇਹਦਾ ਪੁੱਛਿਆ ਹੋਇਆ ਸੀਗਾ। ਇੱਕ ਇਕਨੋਮਿਕ ਫਰੀਡਮ, ਇੱਕ ਸੀ ਇਕਨੋਮਿਕ ਜਸਟਿਸ। ਪ੍ਰੈਂਬਲ ਦੇ ਬਾਰੇ ਕੁਐਸਚਨ ਸੀਗਾ ਉਹ। ਤਾਂ ਜਿਹੜਾ ਇਕਨੋਮਿਕ ਫਰੀਡਮ ਆ ਉਹ ਆਪਣੇ, ਦੇਖੋ ਧਿਆਨ ਨਾਲ ਦੇਖਣਾ, ਇਕਨੋਮਿਕ, ਐਵੇਂ ਜੇ ਪ੍ਰੈਂਬਲ ਆ ਗਿਆ ਅੱਖਾਂ ਮੀਚ ਕੇ ਆਨਸਰ ਨਹੀਂ ਲਾਉਣਾ, ਦੇਖ ਲਿਓ ਵੀ ਫਰੀਡਮ ਲਿਖਿਆ ਜਾਂ ਫਿਰ ਜਸਟਿਸ ਲਿਖਿਆ। ਜੇ ਤਾਂ ਇੱਕ ਫਰੀਡਮ ਲਿਖਿਆ ਦੈਨ ਤਾਂ ਆਊਗਾ ਕ੍ਰੋਸ, ਮਤਲਬ ਇਹ ਤਾਂ ਨਹੀਂ ਆਪਣੇ ਹੈਗਾ ਵੀ ਇਕਨੋਮਿਕ ਫਰੀਡਮ ਹੈਗੀ ਆਪਾਂ ਨੂੰ ਵੀ ਪ੍ਰੈਂਬਲ ਦੇ ਵਿੱਚ, ਨੋ। ਬਟ ਇਕਨੋਮਿਕ ਜਸਟਿਸ ਮੈਂ ਤੁਹਾਨੂੰ ਹੁਣ ਉੱਪਰ ਲਿਖਾਇਆ ਵੀ ਜਸਟਿਸ 3 ਤਰ੍ਹਾਂ ਦਾ, ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ। ਤਾਂ ਇਹ ਚੀਜ਼ ਉਹਦੇ 'ਚ ਹੈਗੀ ਆ, ਡਨ। ਔਰ ਇੱਕ ਜਿਹੜਾ ਸੋਸ਼ਲ ਤੇ ਇਕਨੋਮਿਕ ਆ, ਜਿਹੜਾ ਆਹ ਦੋਨੋਂ ਜਸਟਿਸ ਆ, ਸੋਸ਼ਲ ਐਂਡ ਇਕਨੋਮਿਕ, ਜਦੋਂ ਇਹਨਾਂ ਨੂੰ ਇਕੱਠਿਆਂ ਨੂੰ ਕੀਤਾ ਜਾਂਦਾ ਉਦੋਂ ਕਿਹਾ ਜਾਂਦਾ ਡਿਸਟਰੀਬਿਊਟਿਵ ਜਸਟਿਸ। ਡਿਸਟਰੀਬਿਊਟਿਵ ਜਸਟਿਸ। ਦੇਖੋ ਬੱਚੇ ਆਹ ਆਪਣੇ ਪ੍ਰੈਂਬਲ ਨੂੰ ਲੈ ਕੇ ਕੁਐਸਚਨ ਸੀਗੇ। ਉਮੀਦ ਕਰਦਾ ਵੀ ਤੁਹਾਨੂੰ ਇੰਨੇ ਫੈਕਟ ਔਰ ਜਿਹੜਾ ਇਹ ਟੌਪਿਕ ਆਪਣਾ ਪ੍ਰੈਂਬਲ ਦਾ ਗਾ ਇਹ ਸਮਝ ਲੱਗ ਗਿਆ ਹੋਊਗਾ। ਹੁਣ ਤੁਸੀਂ ਪ੍ਰੈਂਬਲ ਦੇ ਵਿੱਚ ਆਏ ਹੋਏ ਕੁਐਸਚਨ ਨੇ ਜਿਹੜੇ, ਉਹਨਾਂ ਨੂੰ ਤੁਸੀਂ ਲਾ ਕੇ ਦੇਖਿਓ, ਤੁਹਾਨੂੰ ਖੁਦ ਪਤਾ ਲੱਗ ਜੂ ਵੀ ਤੁਸੀਂ ਕਿੰਨਾ ਕੁ ਕੁਛ ਸਿੱਖਿਆ। ਆਪਣੀ ਓਨੈਸਟਲੀ ਨਾਲ ਤੁਹਾਨੂੰ ਪਤਾ ਵੀ ਬੱਚੇ ਤੁਹਾਨੂੰ ਕਿੰਨਾ ਕੁ ਚੀਜ਼ਾਂ ਸੀਗੀਆਂ ਜਿਹੜੀਆਂ ਕਲੀਅਰ ਸੀ ਔਰ ਕਿੰਨੀਆਂ ਚੀਜ਼ਾਂ ਹੁਣ ਵੀਡੀਓ ਦੇਖਣ ਤੋਂ ਬਾਅਦ ਕਲੀਅਰ ਹੋ ਰਹੀਆਂ ਨੇ। ਤਾਂ ਜਿਹੜਿਆਂ ਨੂੰ ਪਸੰਦ ਆ ਰਹੀ ਆ ਵੀਡੀਓ ਬੱਚੇ, ਚੱਲਦੇ ਦੌਰਾਨ ਲਾਈਕ ਕਰ ਦਿਓ, ਔਰ ਜਿਹੜੇ ਚੈਨਲ 'ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ, ਔਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਤੋਂ ਅੱਗੇ ਸਾਂਝਾ ਚੈਨਲ ਨੂੰ ਕਰੋ। ਆਪਾਂ ਦੂਸਰੇ ਕੁਐਸਚਨ ਵੱਲ ਚੱਲਦੇ ਹਾਂ। ਵਿਚ ਪਾਰਟ ਆਫ ਦਾ ਇੰਡੀਅਨ ਕੌਂਸਟੀਟਿਊਸ਼ਨ ਹੈਜ਼ ਬੀਨ ਡਿਸਕ੍ਰਾਈਬਡ ਐਜ਼ ਦਾ ਸੋਲ ਆਫ ਦਾ ਕੌਂਸਟੀਟਿਊਸ਼ਨ, ਮਤਲਬ ਕਿ ਆਤਮਾ। ਸੰਵਿਧਾਨ ਦੀ ਆਤਮਾ ਕਿਹਨੂੰ ਕਿਹਾ ਗਿਆ? ਇਹ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਇਹਦੇ ਬਾਰੇ। ਤਾਂ ਪਹਿਲਾਂ ਦਾ ਆਨਸਰ ਦੇਖੋ ਇਹਦਾ ਕੀ ਆ। ਵਿਚ ਪਾਰਟ ਆਫ ਦਾ ਇੰਡੀਅਨ ਕੌਂਸਟੀਟਿਊਸ਼ਨ ਹੈਜ਼ ਡਿਸਕ੍ਰਾਈਬਡ ਐਜ਼ ਦਾ ਸੋਲ ਆਫ ਦਾ ਕੌਂਸਟੀਟਿਊਸ਼ਨ। ਹੁਣ ਇਹਦੇ 'ਚ ਫੰਡਾਮੈਂਟਲ ਰਾਈਟ ਆ, DPSP ਆ, ਪ੍ਰੈਂਬਲ ਆ, ਰਾਈਟ ਟੂ ਕੌਂਸਟੀਟਿਊਸ਼ਨਲ ਰੈਮਡੀਜ਼ ਆ। ਤਾਂ ਹੁਣ ਇਹਦੇ 'ਚ ਜਿਹੜਾ ਇਹਨਾਂ ਦੇ ਕੁਐਸਚਨ ਦੇ ਅਕੋਰਡਿੰਗਲੀ ਇਹਨਾਂ ਨੇ ਪੁੱਛਿਆ, ਤਾਂ ਇਹਦਾ ਆਨਸਰ ਕੀ ਆ ਆਪਣੇ ਕੋਲ? ਪ੍ਰੈਂਬਲ ਆ, ਡਨ। ਤਾਂ ਇਹਦਾ ਕਰੈਕਟ ਆਨਸਰ ਕੀ ਆ? ਪ੍ਰੈਂਬਲ ਆ। ਤਾਂ ਪ੍ਰੈਂਬਲ ਨੂੰ ਸੋਲ ਆਫ ਕੌਂਸਟੀਟਿਊਸ਼ਨ ਕਿਹਾ। ਔਰ ਇਸ ਤੋਂ ਬਾਅਦ ਇੱਕ ਮੈਂਬਰ ਸੀਗੇ ਡਰਾਫਟ ਕਮੇਟੀ ਦੇ ਵਿੱਚ, KM ਮੁਨਸੀ। ਆ ਵੀ ਤੁਸੀਂ ਯਾਦ ਰੱਖਣਾ, KM ਮੁਨਸੀ ਮੈਂਬਰ ਸੀ ਡਰਾਫਟ ਕਮੇਟੀ ਦੇ, ਔਰ ਉਹਦੇ ਚੇਅਰਮੈਨ ਸੀਗੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਆਪਣੇ। ਤਾਂ ਇਹਨਾਂ ਨੇ ਹੋਰੋਸਕੋਪ ਆਫ ਆਵਰ ਸੋਬਰੀਅਨ ਡੈਮੋਕ੍ਰੈਟਿਕ ਰਿਪਬਲਿਕ, ਉਹਨਾਂ ਨੇ ਪ੍ਰੈਂਬਲ ਨੂੰ ਕੀ ਕਿਹਾ? ਇਹਨਾਂ ਨੇ ਕਿਹਾ ਹੋਰੋਸਕੋਪ ਆਫ ਆਵਰ ਸੋਬਰੀਅਨ, ਬਸ ਸੁਣ ਲਓ ਤੁਸੀਂ, ਹੋਰੋਸਕੋਪ ਆਫ ਆਵਰ ਸੋਬਰੀਅਨ ਡੈਮੋਕ੍ਰੈਟਿਕ ਰਿਪਬਲਿਕ। ਤਾਂ ਇਹ ਕਿਹਨਾਂ ਨੇ ਕਿਹਾ? KM ਮੁਨਸੀ ਨੇ ਕਿਹਾ ਸੀ, ਡਨ। ਬਾਕੀ ਇੱਕ ਰਾਈਟਰ ਹੋਰ ਯਾਦ ਰੱਖਿਓ, ਵੈਸੇ ਇੰਨਾ ਡੈਪਥ ਦੇ ਵਿੱਚ ਜਾ ਕੇ ਕੁਐਸਚਨ ਤਾਂ ਨਹੀਂ ਬਣਦਾ। ਬਹੁਤ ਸਾਰੇ ਰਾਈਟਰ ਸੀ ਜਿਨ੍ਹਾਂ ਨੇ ਇਹਨੂੰ ਲੈ ਕੇ, ਪ੍ਰੈਂਬਲ ਨੂੰ ਲੈ ਕੇ ਅਲੱਗ-ਅਲੱਗ ਗੱਲਾਂ ਆਪਣੀਆਂ ਕਹੀਆਂ ਨੇ, ਬਟ ਮੈਂ ਤੁਹਾਨੂੰ ਜਿਹੜੇ ਇੰਪੋਰਟੈਂਟ ਨੇ ਦੋ ਉਹਨਾਂ ਨੂੰ ਦੱਸੂਗਾ। ਤਾਂ ਇਹਨਾਂ ਨੇ ਕਿਹਾ ਵੀ ਜੇ ਕੌਂਸਟੀਟਿਊਸ਼ਨ ਬੋਡੀ ਆ ਤਾਂ ਪ੍ਰਸਤਾਵਨਾ ਜਾਣੀ ਕਿ ਪ੍ਰੈਂਬਲ ਇਹ ਉਹਦਾ ਬੇਸ, ਭਾਵ ਉਹਦੀ ਨੀਂਹ ਆ। ਤਾਂ ਇਸ ਵਾਸਕਸ਼ਿਪ ਨੇ ਇਹਨਾਂ ਦੇ ਲਈ ਕਿਹਾ ਸੀ, ਪ੍ਰੈਂਬਲ ਦੇ ਲਈ ਇਹ ਗੱਲ ਕਹੀ ਸੀ। ਬਟ ਆਪਣੇ ਜਿਹੜੇ ਬਾਬਾ ਸਾਹਿਬ ਅੰਬੇਦਕਰ ਨੇ, ਉਹਨਾਂ ਨੇ ਕਿਹਾ ਵੀ ਜਿਹੜਾ ਆਪਣੇ ਰਾਈਟ ਟੂ ਕੌਂਸਟੀਟਿਊਸ਼ਨਲ ਰੈਮਡੀਜ਼ ਆ ਨਾ, ਆਰਟੀਕਲ 32 ਦੇ ਥਰੂ, ਫੰਡਾਮੈਂਟਲ ਰਾਈਟ ਦੇ ਵਿੱਚ ਹੀ ਆਉਂਦਾ ਇਹ। ਤਾਂ ਉਹ ਵਾਲਾ ਜਿਹਦੇ ਨਾਲ ਅਸੀਂ ਆਪਣੇ ਫੰਡਾਮੈਂਟਲ ਰਾਈਟ ਦੇ ਹਨਨ ਦੇ ਅਕੋਰਡਿੰਗ ਆਪਾਂ ਸਿੱਧਾ ਸੁਪਰੀਮ ਕੋਰਟ ਜਾਂ ਫਿਰ ਡਾਇਰੈਕਟਲੀ ਹਾਈ ਕੋਰਟ ਦੇ ਵਿੱਚ ਜਾ ਸਕਦੇ ਹਾਂ। ਤਾਂ ਇਹਨੂੰ ਕਿਹਾ ਜਾਂਦਾ ਰਾਈਟ ਟੂ ਕੌਂਸਟੀਟਿਊਸ਼ਨਲ ਰੈਮਡੀਜ਼, ਤਾਂ ਉਹਨਾਂ ਨੂੰ ਕਿਹਾ ਜਾਂਦਾ। ਬਟ ਇਹ ਕੁਐਸਚਨ ਦੇ ਅਕੋਰਡਿੰਗਲੀ ਜਿਹੜਾ ਆਪਣਾ ਆਨਸਰ ਬਣਦਾ ਸੀ ਉਹ ਇਹ ਆ, ਠੀਕ ਆ। ਤਾਂ ਹੁਣ ਇਹ ਵੀ ਪ੍ਰੈਂਬਲ ਦੇ ਨਾਲ ਰਿਲੇਟਡ ਆ। ਤਾਂ ਪ੍ਰੈਂਬਲ ਦੇ ਨਾਲ ਮੈਂ ਤੁਹਾਨੂੰ ਕਿਹਾ ਸੀ ਵੀ ਜਿੱਥੇ ਆਪਣਾ ਕੋਈ ਹੋਰ ਚੀਜ਼ ਆ ਗਈ ਆਪਾਂ ਉਹਦੇ ਨਾਲ ਜੋੜ ਕੇ ਜਿਹੜੇ ਫੈਕਟ ਬਚਣਗੇ ਆਪਾਂ ਉਹ, ਇਹ ਨਹੀਂ ਹੈਗਾ ਬੱਚੇ ਤੁਸੀਂ ਕਹੋ ਵੀ ਸਾਨੂੰ 42ਵੀਂ ਅਮੈਂਡਮੈਂਟ ਬਾਰੇ ਜਾਂ ਪ੍ਰੈਂਬਲ ਦੇ ਬਾਰੇ ਸਾਨੂੰ ਹੋਰ ਫੈਕਟ ਪਤਾ ਨੇ ਬਟ ਸਰ ਨੇ ਸਾਨੂੰ ਉਹ ਨਹੀਂ ਦੱਸੇ। ਦੇਖੋ ਜਿੰਨੇ ਆਪਾਂ ਤੋਂ ਇੱਕ ਵੀਡੀਓ ਦੇ ਵਿੱਚ ਆਪਾਂ ਇੰਪੋਰਟੈਂਟ ਕਲੀਅਰ ਕਰ ਦਿੰਦੇ ਆ, ਜਦੋਂ ਅਗਲਾ ਉਸੇ ਦੇ ਨਾਲ ਰਿਲੇਟਡ ਕੋਈ ਚੀਜ਼ ਆਉਂਦੀ ਆ ਆਪਾਂ ਉਹਦੇ 'ਚ ਤੁਹਾਨੂੰ ਡਿਸਕਸ ਕਰਾਵਾਂਗੇ। ਉਹ ਵੀ ਬੱਚੇ ਇਹ ਨਹੀਂ ਹੈਗਾ ਵੀ ਆਪਾਂ ਅੱਜ ਹੀ ਤੁਹਾਨੂੰ ਮੈਂ ਸਾਰਾ ਪ੍ਰੈਂਬਲ A to Z ਕਰਵਾ ਦਾਂ, ਫਿਰ ਉਹ ਆਪਣਾ ਰਿਵੀਜ਼ਨ ਇੱਕ ਕੁਐਸਚਨ ਦੇ ਅਕੋਰਡਿੰਗਲੀ ਨਹੀਂ ਰਹਿ ਜਾਂਦਾ, ਫਿਰ ਉਹ ਇੱਕ ਸਪੈਸ਼ਲੀ ਪਾਰਟੀਕੂਲਰ ਟੌਪਿਕ ਬਣ ਜਾਂਦਾ ਵੀ ਆਪਾਂ ਉਸੇ ਦੇ ਬਾਰੇ ਗੱਲ ਕਰ ਰਹੇ ਹਾਂ। ਤਾਂ ਕਰਕੇ ਤੁਹਾਨੂੰ ਸਹਿੰਦੇ ਚੀਜ਼ ਕਰਵਾਈ ਜਾ ਰਹੀ ਆ।
देखो एक ਇਹਦੇ ਪ੍ਰੈਂਬਲ ਦੇ ਨਾਲ ਕੇਸ ਆਇਆ ਸੀ SR ਬੁਮਈ ਵਰਸਸ ਯੂਨੀਅਨ ਗਵਰਨਮੈਂਟ, ਮਤਲਬ ਭਾਰਤ ਸਰਕਾਰ ਦੇ ਨਾਲ ਕੇਸ ਸੀਗਾ ਇਹ। ਤਾਂ 1994 ਸੁਪਰੀਮ ਕੋਰਟ ਨੇ ਕਿਹਾ, ਕਹੂ ਤਾਂ ਸੁਪਰੀਮ ਕੋਰਟ ਓਬਵੀਅਸ, ਤਾਂ ਸੁਪਰੀਮ ਕੋਰਟ ਨੇ ਕੀ ਕਿਹਾ ਕਿ ਪ੍ਰਸਤਾਵਨਾ ਜਿਹੜਾ ਪ੍ਰੈਂਬਲ ਆ ਇੰਟੀਗਰਲ ਪਾਰਟ ਹੈਗਾ ਕੌਂਸਟੀਟਿਊਸ਼ਨ ਦਾ। ਬਸ ਇਹ ਆਪਾਂ ਤੋਂ ਇਹਦੇ 'ਚੋਂ ਇੰਨੀ ਚੀਜ਼ ਰੱਖਣੀ ਸੀ। ਔਰ ਕੇਸਵਾਨੰਦ 'ਚ ਉਹਨਾਂ ਨੇ ਕਿਹਾ ਸੀ ਵੀ ਫੰਡਾਮੈਂਟਲ ਰਾਈਟਸ ਅਮੈਂਡਮੈਂਟ ਕਰ ਸਕਦੇ ਆ। ਉਦੋਂ ਮਤਲਬ ਪ੍ਰੈਂਬਲ ਦੇ ਲਈ ਕੀ ਸ਼ਬਦ ਬੋਲੇ ਸੀ ਵੀ ਬੇਸਿਕ ਸਟਰਕਚਰ ਆ ਜਿਹੜਾ ਉਹਨੂੰ ਆਊਟਲਾਈਨ ਕਰਿਆ ਸੀ। ਕਹਿਣ ਤੋਂ ਭਾਵ ਇਹ ਆ, ਤਾਂ SR ਬੁਮਈ ਕੇਸ ਦੇ ਵਿੱਚ 1994 ਦੇ ਵਿੱਚ ਆਇਆ, ਉਦੋਂ ਇਹਨਾਂ ਨੇ ਸਾਫ਼ ਤੌਰ 'ਤੇ ਹੀ ਕਹਿਤਾ ਵੀ ਠੀਕ ਆ ਵੀ ਆਹ ਗੱਲ ਐਵੇਂ ਆ, ਅਤੇ ਇੰਟੀਗਰਲ ਪਾਰਟ ਆ ਜਿਹੜਾ ਪ੍ਰੈਂਬਲ ਉਹ ਕੌਂਸਟੀਟਿਊਸ਼ਨ ਦਾ ਹੈਗਾ। ਤਾਂ ਤੀਸਰਾ ਕੁਐਸਚਨ ਦੇਖੋ, ਇਫ ਅ ਨਿਊ ਸਟੇਟ ਇਜ਼ ਟੂ ਬੀ ਫਾਰਮਡ, ਜੇ ਨਵੀਂ ਸਟੇਟ ਬਣਾਉਣੀ ਹੋਵੇ, ਵਿਚ ਸ਼ਡਿਊਲ ਆਫ ਦਾ ਕੌਂਸਟੀਟਿਊਸ਼ਨ ਬਿੱਲ ਨੀਡ ਟੂ ਬੀ ਅਮੈਂਡਡ। ਤਾਂ ਵੀ ਜਦ ਨਵੀਂ ਸਟੇਟ ਬਣਾਉਣੀ ਆ ਤਾਂ ਕਿਹੜਾ ਸ਼ਡਿਊਲ ਆ ਆਪਣੇ ਸੰਵਿਧਾਨ ਦੇ ਵਿੱਚ, ਸ਼ਡਿਊਲ ਮੈਂ ਤੁਹਾਨੂੰ ਦੱਸੇ ਸੀ। ਤਾਂ ਸ਼ਡਿਊਲ ਆਪਾਂ ਆਈ ਥਿੰਕ ਕੱਲ੍ਹ ਜਾਂ ਪਰਸੋਂ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰੇ ਸ਼ਡਿਊਲ ਕਰਵਾਏ ਸੀਗੇ, ਉਹਨਾਂ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਆ, ਕੀ ਕੀ ਉਹਨਾਂ ਦੇ ਵਿੱਚ ਗੱਲਬਾਤ ਆ, ਮੈਂ ਤੁਹਾਨੂੰ ਬਖੂਬੀ ਕਰਵਾਏ ਹੋਏ ਆ ਬੱਚੇ। ਉਹ ਵੀਡੀਓ ਮੈਂ ਤੁਹਾਨੂੰ ਤਾਂ ਹੀ ਕਿਹਾ ਸੀ ਵੀ ਪਹਿਲਾਂ ਦੇਖ ਲਓ, ਇੱਥੇ ਮੈਂ ਤੁਹਾਨੂੰ ਉਹਨਾਂ ਦੇ ਬਾਰੇ ਸਾਰਾ ਡਿਸਕਸ ਨਹੀਂ ਕਰੂੰਗਾ। ਇਹਨਾਂ ਨੇ ਪੁੱਛਿਆ ਵੀ ਕਿਹੜੀ ਸ਼ਡਿਊਲ ਦੇ ਵਿੱਚ ਇਹਦੇ 'ਚ ਆਪਾਂ ਨੂੰ ਅਮੈਂਡਮੈਂਟ ਕਰਨੀ ਪਊਗੀ, ਤਾਂ ਇਹਦੇ 'ਚ ਆਪਣਾ ਜਿਹੜਾ ਫਸਟ ਸ਼ਡਿਊਲ ਆ ਇਹਦੇ 'ਚ ਸਾਨੂੰ ਹੁੰਦਾ, ਕਿਉਂਕਿ ਇਹਦੇ 'ਚ ਸਟੇਟਸ ਐਂਡ ਜਿਹੜੀ ਟੈਰੋਟਰੀ ਆ ਉਹ ਚੀਜ਼ਾਂ ਡਿਊਟੀ ਆਉਣਗੀਆਂ। ਅਤੇ ਜਿਹੜਾ ਸੈਕੰਡ ਸ਼ਡਿਊਲ ਆ, ਸੈਕੰਡ ਸ਼ਡਿਊਲ ਦੇ ਵਿੱਚ ਤੁਸੀਂ ਦੱਸਣਾ ਬੱਚੇ ਵੀ ਇਹਦੇ 'ਚ ਆਪਣਾ ਕੀ ਆ। ਥਰਡ ਸ਼ਡਿਊਲ ਦੇ ਵਿੱਚ ਓਥਸ ਨੇ। ਬਾਕੀ ਜਿਹੜਾ ਫੋਰਥ ਆ ਆਈ ਥਿੰਕ ਉਹਦੇ 'ਚ ਰਾਜ ਸਭਾ, ਤਾਂ ਤੁਸੀਂ ਕਰੈਕਟ ਕਰਨਾ ਇਹਨੂੰ। ਤਾਂ ਜਿਹੜਾ ਚੌਥਾ ਉਹਦੇ 'ਚ ਰਾਜ ਸਭਾ ਜਾਂ ਪੰਜਵੇਂ ਦੇ ਵਿੱਚ ਰਾਜ ਸਭਾ, ਔਰ ਜਿਹੜਾ ਪੰਜਵਾਂ ਛੇਵਾਂ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ AMTM ਜਾਂ ਫਿਰ ਮਾਟਮ ਕਰਕੇ ਇੱਕ ਚੀਜ਼ ਕਰਵਾਈ ਸੀ ਵੀ ਉੱਥੇ ਪੀਸਾ ਐਕਟ ਚੱਲਦਾ, ਪੰਚਾਇਤੀ ਰਾਜ ਐਕਟ ਆ ਜਿਹੜਾ ਆਪਣਾ ਪੰਚਾਇਤੀ ਸਿਸਟਮ ਨਹੀਂ ਲਾਗੂ ਹੁੰਦਾ। ਫਿਰ ਮੈਂ ਤੁਹਾਨੂੰ ਲਿਸਟਾਂ ਕਰਾਈਆਂ ਸੀ, ਲੈਂਗੁਏਜ ਬਾਰੇ ਕਰਵਾਇਆ ਸੀ, ਪੰਚਾਇਤੀ ਰਾਜ ਬਾਰੇ, ਐਂਟੀ ਡਿਫੈਕਸ਼ਨ ਲਾਅ ਵੀ ਕਰਵਾਇਆ ਸੀ, ਕੋਆਪਰੇਟਿਵ ਸੁਸਾਇਟੀ ਵੀ ਕਰਵਾਇਆ ਸੀ। ਮੈਂ ਤੁਹਾਨੂੰ ਬੱਚੇ ਉਹ ਸਾਰੀਆਂ ਚੀਜ਼ਾਂ ਕਰਵਾਈਆਂ। ਹੁਣ ਜਿਹੜੇ ਬੱਚੇ ਨੇ ਉਹ ਵੀਡੀਓ ਦੇਖੀ ਹੋਈ ਆ ਤਾਂ ਉਹ ਪਲੀਜ਼ ਇਹਦੇ 'ਤੇ ਕਮੈਂਟ ਕਰਕੇ ਇਹਦਾ ਆਨਸਰ ਆ ਜਿਹੜਾ ਉਹ ਤੁਸੀਂ ਜ਼ਰੂਰ ਕਰਨਾ। ਬਸ SCH ਪਾ ਦਿਓ, ਮੈਨੂੰ ਪਤਾ ਲੱਗ ਜੂ ਵੀ ਤੁਸੀਂ ਸ਼ਡਿਊਲ ਦੀ ਗੱਲ ਕਰ ਰਹੇ ਹੋ। ਇਸ ਤੋਂ ਬਾਅਦ ਬਸ ਜਿਹੜੀ ਚੀਜ਼ ਇੱਕ ਦੋ ਸਿੰਪਲ, ਜਿਵੇਂ ਓਥ ਲਿਖ ਦਿਓ। ਜਿਵੇਂ ਮੰਨ ਲਓ 2 ਆ, ਇੱਥੇ ਨਹੀਂ ਹੈਗਾ ਵੀ ਇੱਕ ਚੌਥਾ, ਇਹ ਤਾਂ ਮੈਂ ਐਗਜ਼ਾਮਪਲ ਹੀ ਲਿਖ ਰਿਹਾ ਤੁਹਾਨੂੰ। ਇੱਥੇ ਮੰਨ ਲਓ ਉਹਦੀ ਸੈਲਰੀ ਆ ਤਾਂ ਸੈਲਰੀ ਪਾ ਦਿਓ। ਫਿਰ ਇਸ ਤੋਂ ਬਾਅਦ ਐਲੋਕੇਸ਼ਨ ਆਫ ਸੀਟਸ ਵਗੈਰਾ ਵਗੈਰਾ ਜਿਹੜੀ ਵੀ ਚੀਜ਼ ਹੈਗੀ ਆ ਤਾਂ ਤੁਸੀਂ ਉਹ ਕਮੈਂਟ ਕਰਕੇ ਇਹਦਾ ਜ਼ਰੂਰ ਆਨਸਰ ਕਰਨਾ। ਤਾਂ ਇਹ ਕੁਐਸਚਨ ਆਪਣਾ ਬੱਚੇ ਪਹਿਲਾਂ ਡਿਸਕਸ ਹੋ ਚੁੱਕਿਆ। ਇਹਦੇ ਜਿਹੜੇ ਫੈਕਟ ਨੇ, ਕਿਉਂਕਿ ਫੈਕਟ ਤਾਂ ਸ਼ਡਿਊਲ ਨੇ ਉਹੀ ਰਹਿਣਗੇ ਸੇਮ, ਪਰ ਤਾਂ ਕਰਕੇ ਆਪਾਂ ਦੁਬਾਰੇ ਉਹ ਡਿਸਕਸ ਨਹੀਂ ਕਰ ਰਹੇ। ਤਾਂ ਇਹਦਾ ਕਰੈਕਟ ਆਨਸਰ D। ਤਾਂ ਆਪਾਂ ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਸਿੱਕਮ ਬਿਕੇਮ ਅ ਸਟੇਟ ਆਫ ਇੰਡੀਆ ਅੰਡਰ। ਤਾਂ ਸਿੱਕਮ ਬਾਰੇ ਮੈਂ ਤੁਹਾਨੂੰ ਇੱਕ ਫੈਕਟ ਦੱਸਦਾ ਬੱਚੇ, ਜਦੋਂ ਆਪਣੀ RBI ਬਣੀ ਸੀਗੀ ਤਾਂ RBI ਪਹਿਲਾਂ ਸਿੱਕਮ ਦੇ ਉੱਤੇ ਕੰਟਰੋਲ ਨਹੀਂ ਸੀ RBI ਦਾ, ਠੀਕ ਆ। ਕਿਉਂਕਿ ਸਿੱਕਮ ਆਪਣੇ ਕਾਫੀ ਲੇਟ ਆਪਣੇ ਉਹਦੇ 'ਚ ਐਡ ਕੀਤਾ ਗਿਆ। ਔਰ ਇਸ ਤੋਂ ਪਹਿਲਾਂ 1937 ਦੇ ਵਿੱਚ ਬਰਮਾ ਕਹਿੰਦੇ ਆ ਇਹਨੂੰ, ਬਰਮਾ ਮਿਆਂਮਾਰ, ਸੌਰੀ ਉਹ ਤਾਂ ਬਰਮਾ ਸੀ। ਤਾਂ ਸਿੱਕਮ ਆ ਜਿਹੜਾ, ਸੌਰੀ ਬੱਚੇ, ਤਾਂ ਉਹ ਥੋੜ੍ਹੀ ਕਨਫਿਊਜ਼ਨ ਹੋ ਗਈ। ਤਾਂ ਜਿਹੜਾ ਸਿੱਕਮ ਆ ਇਹ ਆਪਣਾ ਮਤਲਬ ਕਿ ਪਾਰਟ ਕੰਟਰੀ ਦਾ ਬਾਅਦ ਦੇ ਵਿੱਚ ਬਣਿਆ ਸੀ। ਉਹ 1937 ਦੇ ਵਿੱਚ ਬਰਮਾ ਮਿਆਂਮਾਰ ਨੂੰ ਅਲੱਗ ਕੀਤਾ ਗਿਆ ਸੀ। ਸੋ ਉਹ ਪੁਆਇੰਟ ਦਿਮਾਗ ਦੇ ਵਿੱਚ ਆ ਗਿਆ ਸੀਗਾ। ਤਾਂ ਸਿੱਕਮ ਬਿਕਮ ਅ ਸਟੇਟ ਆਫ ਇੰਡੀਆ ਅੰਡਰ। ਤਾਂ ਇਹਦੇ 'ਚ ਆਪਣਾ ਜਿਹੜਾ ਕੁਐਸਚਨ ਆ ਉਹ ਕੀ ਕਹਿੰਦਾ ਵੀ ਕਿਹੜੀ ਅਮੈਂਡਮੈਂਟ ਹੋਈ ਸੀ। ਤੁਸੀਂ ਯਾਦ ਰੱਖਣਾ ਵੀ 35ਵੀਂ ਅਮੈਂਡਮੈਂਟ ਹੋਈ ਸੀ, ਠੀਕ ਆ। ਕਿਹੜੀ ਅਮੈਂਡਮੈਂਟ ਹੋਈ ਸੀ? 35ਵੀਂ ਅਮੈਂਡਮੈਂਟ ਹੋਈ ਸੀ। ਕਿੰਨੇ ਦੇ ਵਿੱਚ ਹੋਈ ਸੀ? ਹੁਣ ਇਹਦੇ 'ਚ ਦੋ ਚੀਜ਼ਾਂ ਨੇ, ਇੱਕ ਤਾਂ ਹੋਈ ਸੀ 1974 ਦੇ ਵਿੱਚ, ਇੱਕ ਹੋਈ ਸੀ 36ਵੀਂ ਅਮੈਂਡਮੈਂਟ, ਉਹ ਹੋਈ ਸੀ 1975 ਦੇ ਵਿੱਚ। ਹੁਣ ਦੋਨੇ ਚੀਜ਼ਾਂ ਨੇ ਜਿਹੜੀਆਂ ਉਹਦੇ 'ਚ ਕੀ ਆ, ਦੇਖੋ ਜਦੋਂ ਇਹਨਾਂ ਦਾ ਪਹਿਲਾਂ ਇੱਕ ਐਕਟ ਆਇਆ ਇਹਨਾਂ ਦਾ ਸਿੱਕਮ ਦਾ, ਉਹ 1974 ਦੇ ਵਿੱਚ ਆਇਆ ਸੀ। ਤਾਂ ਫਿਰ ਉਦੋਂ ਇਹਨਾਂ ਨੇ ਕਿਹਾ ਵੀ ਹਾਂ ਮਤਲਬ ਅਸੀਂ ਬਣਾਉਣਾ ਚਾਹੁੰਦੇ ਹਾਂ। ਫਿਰ 76 ਦੇ ਵਿੱਚ 75 ਦੇ ਵਿੱਚ ਇਹਨੂੰ ਆਰਟੀਕਲ 2 ਦੇ ਵਿੱਚ ਫੁੱਲ ਫਲੈਜ ਸਟੇਟ ਦੇਤਾ ਸੀ 1975 ਦੇ ਅਕੋਰਡਿੰਗਲੀ, ਠੀਕ ਆ। ਤਾਂ ਇਹ ਚੀਜ਼ ਸੀ ਜਿਹੜੀ ਆਪਾਂ ਇਹਦੇ ਬਾਰੇ ਯਾਦ ਰੱਖਣੀ। ਬਸ ਤੁਸੀਂ 35ਵੀਂ ਅਤੇ 37ਵੀਂ ਅਮੈਂਡਮੈਂਟ 1974 ਅਤੇ 75 ਦੀ ਯਾਦ ਰੱਖੋ ਵੀ ਉਦੋਂ ਅਸੀਂ ਸਿੱਕਮ ਨੂੰ ਸ਼ਾਮਲ ਕੀਤਾ ਸੀਗਾ। ਕਾਹਦੇ ਵਿੱਚ? ਆਪਣੇ ਇੰਡੀਆ ਦੇ ਵਿੱਚ। ਔਰ ਇਹ ਕਿਹੜੇ ਨੰਬਰ ਦੀ ਆਪਣੀ ਸਟੇਟ ਬਣੀ ਸੀ? ਤਾਂ ਇਹ ਭਾਰਤ ਦੀ ਸਟੇਟ ਬਣੀ ਸੀ 22ਵੀਂ, 22 ਨੰਬਰ ਦੀ ਇਹ ਆਪਣੀ ਸਟੇਟ ਬਣੀ ਆ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਸਿੱਕਮ ਦੀ। ਤਾਂ ਬੱਚੇ ਤੁਹਾਨੂੰ ਇਹ ਪੁਆਇੰਟ ਵੀ ਕਲੀਅਰ ਹੋਊਗਾ। ਇਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਦ ਸਟੇਟਸ ਵਰ ਰੀਆਰਗਨਾਈਜ਼ਡ ਔਨ ਦਾ ਬੇਸਿਸ ਆਫ ਲੈਂਗੁਏਜ ਇਨ।
देखो लैंगुएज के बारे हुण क्वेश्चन आ गया बच्चे। लैंगुएज तो पहला मैं तुहानूं दसदा भी अपने भारत की कोई भी ਜਿਹੜੀ ਆਪਾਂ ਪੜ੍ਹਦੇ ਹਾਂ ਵੀ ਰਾਸ਼ਟਰੀ ਭਾਸ਼ਾ ਹਿੰਦੀ ਆ, ਆਪਣੇ ਨੈਸ਼ਨਲ ਭਾਸ਼ਾ ਕੋਈ ਵੀ ਭਾਰਤ ਦੀ ਨਹੀਂ ਹੈਗੀ, ਨੈਸ਼ਨਲ ਗੇਮ ਭਾਰਤ ਦੀ ਕੋਈ ਨਹੀਂ ਹੈਗੀ, ਠੀਕ ਆ। ਤਾਂ ਇਹਦੇ ਨਾਲ ਭਾਸ਼ਾ ਦੇ ਨਾਲ ਡੀਲ ਕਰਦਾ ਆਰਟੀਕਲ 344, ਇਹ ਭਾਸ਼ਾ ਦੇ ਨਾਲ ਡੀਲ ਕਰਦਾ। ਜੇ ਗੱਲ ਆ ਜੇ ਸ਼ਡਿਊਲ ਦੀ ਤਾਂ ਉਹ 8ਵਾਂ ਸ਼ਡਿਊਲ ਆ ਜਿਹੜਾ ਇਹਦੇ ਨਾਲ ਡੀਲ ਕਰਦਾ। ਤਾਂ ਕਿੰਨੀਆਂ ਲੈਂਗੁਏਜ ਨੇ ਜਿਹੜੀਆਂ ਆਪਣੇ ਸੰਵਿਧਾਨ ਦੇ ਵਿੱਚ ਦਰਜ ਨੇ, ਮੈਂ ਤੁਹਾਨੂੰ ਇਹਨਾਂ ਦੇ ਬਾਰੇ ਵੀ ਬੱਚੇ ਕਰਵਾਇਆ ਹੋਇਆ। ਤਾਂ ਤੁਸੀਂ ਉਹ ਵੀਡੀਓ ਜਿਹਨੇ ਦੇਖੀ ਆ ਉਹ ਤਾਂ ਆਨਸਰ ਜ਼ਰੂਰ ਕਰਿਓ, ਜਿਨ੍ਹਾਂ ਨੇ ਨਹੀਂ ਦੇਖੀ ਤਾਂ ਪਹਿਲਾਂ ਬੱਚੇ ਪਹਿਲਾਂ ਵਾਲੀਆਂ ਵੀਡੀਓਜ਼ ਦੇਖ ਲਓ। ਤਾਂ ਤੁਹਾਨੂੰ ਜਿਵੇਂ ਉਹਦੇ ਵਿੱਚ ਕਿਹਾ ਗਿਆ ਸੀਗਾ ਆਪਣੇ ਕਸ਼ਯਪ ਜੀ ਦੁਆਰਾ ਕਿ ਸੁਭਾਸ਼ ਕਸ਼ਯਪ ਜੀ ਨੇ ਕਿਹਾ ਸੀ ਵੀ ਜਿਹੜਾ ਜੇ ਸੰਵਿਧਾਨ ਬੋਡੀ ਆ ਤਾਂ ਪ੍ਰੈਂਬਲ ਉਹਦੀ ਬੇਸ ਆ, ਮਤਲਬ ਕਿ ਨਹੀਂ ਆ। ਜੇ ਆਪਣੀ ਆਹ ਵਾਲੀ ਵੀਡੀਓ ਬੋਡੀ ਆ ਤਾਂ ਪਹਿਲਾਂ ਵਾਲੀਆਂ ਵੀਡੀਓਜ਼ ਕੀ ਆ ਬੱਚੇ, ਉਹ ਇਹਦਾ ਬੇਸ ਆ। ਤਾਂ ਤੁਹਾਨੂੰ ਉਹ ਦੇਖਣੀਆਂ ਪਹਿਲਾਂ ਜ਼ਰੂਰੀ ਆ, ਤੁਸੀਂ ਉਹਨਾਂ ਨੂੰ ਦੇਖਿਓ ਇੱਕ ਵਾਰ। ਇਹ ਨਹੀਂ ਹੈਗਾ ਵੀ ਜੇ ਤੁਸੀਂ ਉਹ ਨਹੀਂ ਦੇਖੋਗੇ ਤਾਂ ਤੁਹਾਡੇ ਉੱਪਰ ਦੀ ਲੰਘ ਜੂਗਾ, ਨਹੀਂ ਬੱਚੇ ਸਮਝ ਤਾਂ ਤੁਹਾਨੂੰ ਇਹ ਵੀ ਆਊਗਾ, ਬਟ ਫਿਰ ਜ਼ਿਆਦਾ ਥੋੜ੍ਹਾ ਜਿਹਾ ਡਿਟੇਲ ਦੇ ਨਾਲ ਸਮਝ ਆਊਗਾ, ਉਹ ਗੱਲ ਇੱਕ ਸੈਪਰੇਟਲੀ ਹੋਊਗੀ। ਤਾਂ ਹੁਣ ਇਹਦੇ 'ਚ ਕੁਐਸਚਨ ਕੀ ਕਹਿੰਦਾ, ਦਾ ਸਟੇਟਸ ਵਰ ਰੀਆਰਗਨਾਈਜ਼ਡ ਔਨ ਦਾ ਬੇਸਿਸ ਆਫ ਲੈਂਗੁਏਜ ਇਨ। ਤਾਂ ਹੁਣ ਲੈਂਗੁਏਜ ਦੇ ਬੇਸ 'ਤੇ ਕਹਿੰਦੇ ਵੀ ਮਤਲਬ ਕਿ ਕਦੋਂ ਸਟੇਟਸ ਜਿਹੜੀਆਂ ਨੇ ਉਹ ਬਣਾਈਆਂ ਗਈਆਂ, ਤਾਂ ਇਹ ਹੋਈਆਂ ਸੀ 1957 ਦੇ ਵਿੱਚ। ਤਾਂ ਪਹਿਲਾਂ ਇਸ ਤੋਂ ਪਹਿਲਾਂ ਇੱਕ ਬਣਾਇਆ ਗਿਆ ਸੀ ਜਿਹੜਾ ਸਭ ਤੋਂ ਪਹਿਲਾਂ ਭਾਸ਼ਾ ਦੇ ਆਧਾਰ 'ਤੇ ਬਣਿਆ ਸੀ, ਇਹ ਕੁਐਸਚਨ ਬਹੁਤ ਵਾਰ ਆਉਂਦਾ, ਆਂਧਰਾ ਪ੍ਰਦੇਸ਼ 1953 ਦੇ ਵਿੱਚ ਹੀ ਇਹਨੂੰ ਬਣਾਤਾ ਸੀ, ਭਾਸ਼ਾ ਦੇ ਆਧਾਰ 'ਤੇ ਪਹਿਲੀ ਸਟੇਟ ਬਣੀ। ਵੈਸੇ ਅਗਰ ਇਹਦੇ ਬਾਰੇ ਇਹ ਬਹੁਤ ਇੰਪੋਰਟੈਂਟ ਔਰ ਇੰਟਰਸਟਿੰਗ ਹੀ ਟੌਪਿਕ ਆ ਪੜ੍ਹਨ ਦੇ ਲਈ, ਅਗਰ ਆਪਾਂ ਇਹਨੂੰ ਹਿਸਟਰੀ ਜਾਂ ਫਿਰ ਪੋਲੀਟੀਕਲੀ ਤੌਰ 'ਤੇ ਪੜ੍ਹੀਏ ਵੀ ਇਹਦੇ 'ਚ ਕਿਵੇਂ ਕਿਵੇਂ ਕੀ ਹੋਇਆ, ਕਿਵੇਂ ਭਾਸ਼ਾ ਦੇ ਆਧਾਰ 'ਤੇ ਕਿਵੇਂ ਆਂਧਰਾ ਬਣ ਗਿਆ, ਫਿਰ ਇਹ ਤੋਂ ਬਾਅਦ ਸਰਕਾਰ ਨੂੰ ਕਿਵੇਂ ਇੱਕ ਐਕਟ ਬਣਾਉਣਾ ਪੈ ਗਿਆ ਇਹਦੇ ਲਈ। ਤਾਂ ਦੇਖੋ ਇਹਦੇ ਲਈ ਇੱਕ ਕਮਿਸ਼ਨ ਬਣਿਆ, ਕੀ ਬਣਿਆ ਇਹਦੇ ਲਈ ਇੱਕ ਕਮਿਸ਼ਨ ਬਣਿਆ 29 ਦਸੰਬਰ 1953 ਨੂੰ। ਤਾਂ ਕਮਿਸ਼ਨ ਦਾ ਇਸਟੈਬਲਿਸ਼ਮੈਂਟ ਹੁੰਦੀ ਹੈ ਇੰਨੇ ਦੇ ਵਿੱਚ। ਫਿਰ ਉਹ ਜਦੋਂ ਆਪਦੀ ਰਿਪੋਰਟ ਰੱਖੂਗਾ, ਇਹ ਰਿਪੋਰਟ ਰੱਖੂ 30 ਦਸੰਬਰ 1955 ਦੇ ਵਿੱਚ। ਹੁਣ ਦੇਖੋ ਆਪਾਂ ਇੱਥੇ ਗਿਆ ਵੀ 1957, ਤਾਂ ਹੁਣ 57 ਤੇ ਕੀ ਗੱਲਬਾਤ ਆ ਗਈ, 53 'ਚ ਬਣਿਆ। ਉਹਨੇ 1 ਸਾਲ 2 ਸਾਲ ਆਪਦੀ ਰਿਸਰਚ ਕੀਤੀ ਔਰ ਜਮ੍ਹਾਂ 53 ਤਾਂ ਚਲੋ ਗਿਆ, 54 ਉਹਨੇ ਸਾਰਾ ਲਾਇਆ, 55 ਸਾਰਾ 2 ਸਾਲ ਲਾਏ ਕਿਉਂਕਿ ਰਿਪੋਰਟ 55 ਦੇ ਬਿਲਕੁਲ ਲਾਸਟ 'ਤੇ ਰੱਖੀ ਗਈ ਆ। ਤਾਂ ਇਹ ਜਿਹੜਾ ਕਮਿਸ਼ਨ ਸੀਗਾ ਇਹਦੇ ਜਿਹੜੇ ਚੇਅਰਮੈਨ ਸੀਗੇ ਉਹਨਾਂ ਦਾ ਨਾਮ ਸੀ ਫਜ਼ਲ ਅਲੀ, ਉਹਨਾਂ ਦਾ ਨਾਮ ਸੀ ਫਜ਼ਲ ਅਲੀ। 2 ਇਹਨਾਂ ਦੇ ਮੈਂਬਰ ਸੀ ਬੱਚੇ, ਮੈਂਬਰਾਂ ਦੇ ਨਾਮ ਤੁਸੀਂ ਕਮੈਂਟ ਕਰਕੇ ਦੱਸਣੇ ਆ, ਠੀਕ ਆ। ਤਾਂ ਉਹਨਾਂ ਦੇ ਨਾਮ ਤੁਸੀਂ ਕਮੈਂਟ ਕਰਕੇ ਦੱਸਿਓ। 2 ਮੈਂਬਰ ਸੀਗੇ ਇਹਨਾਂ ਦੇ ਨਾਲ, 3 ਬੰਦਿਆਂ ਦਾ ਇਹ ਕਮਿਸ਼ਨ ਸੀਗਾ, ਫਜ਼ਲ ਅਲੀ ਕਮਿਸ਼ਨ। ਤਾਂ ਇਹ ਜਿਹੜਾ ਵੀ ਕੋਈ ਹੈੱਡ ਹੁੰਦਾ ਜਾਂ ਚੇਅਰਮੈਨ ਹੁੰਦਾ ਉਹਦੇ ਨਾਮ 'ਤੇ ਹੀ ਆਉਂਦਾ, ਜਿਵੇਂ ਸਾਈਮਨ ਕਮਿਸ਼ਨ ਆਪਾਂ ਪੜ੍ਹਦੇ ਹਾਂ ਜਾਂ ਕੋਈ ਵੀ ਹੋਰ ਇਹੋ ਜਿਹੇ ਹੁੰਦੇ ਆ, ਤਾਂ ਉਹ ਉਹਨਾਂ ਦੇ ਨਾਮ ਦੇ ਉੱਤੇ ਹੀ ਹੁੰਦੇ ਆ। ਤਾਂ ਇਹਨੇ ਸਿਫਾਰਸ਼ ਕੀਤੀ ਸੀ ਵੀ ਸਟੇਟ, ਇਹਦੀਆਂ ਫਿਰ ਸਿਫਾਰਸ਼ਾਂ ਸੀਗੀਆਂ ਜਿਹੜੀਆਂ, ਇਹਨਾਂ ਦੇ ਸਿਫਾਰਸ਼ਾਂ ਦੇ ਅਕੋਰਡਿੰਗਲੀ ਸਟੇਟ ਰੀਆਰਗਨਾਈਜੇਸ਼ਨ ਐਕਟ 1957 ਪਾਸ ਕੀਤਾ ਗਿਆ, ਠੀਕ ਆ। ਅਤੇ ਆਪਣਾ ਪੰਜਾਬ ਆ ਜਿਹੜਾ, ਪੰਜਾਬ ਆਪਣਾ ਕਦੋਂ ਹੋਇਆ ਸੀ, ਪੰਜਾਬ 1 ਨਵੰਬਰ 1966 ਦੇ ਵਿੱਚ, ਇਹ ਵੀ ਭਾਸ਼ਾ ਦੇ ਆਧਾਰ 'ਤੇ ਹੀ ਹੋਇਆ। ਤਾਂ ਬੱਚੇ ਆਹ ਕੁਐਸਚਨ ਤੁਹਾਨੂੰ ਕਲੀਅਰ ਹੋ ਗਿਆ ਵੀ ਜਿਹੜੀਆਂ ਸਟੇਟਸ ਵਾਰ ਰੀਆਰਗਨਾਈਜ਼ਡ ਔਨ ਦਾ ਬੇਸਿਸ ਆਫ ਲੈਂਗੁਏਜ ਇਨ 1957, ਕਿਉਂਕਿ 1957 ਦੇ ਵਿੱਚ ਸਟੇਟ ਰੀਆਰਗਨਾਈਜੇਸ਼ਨ ਐਕਟ ਆਇਆ ਔਰ ਇਹ ਕਿਹਦੀ ਸਿਫਾਰਸ਼ 'ਤੇ ਆਇਆ ਸੀ, ਫਜ਼ਲ ਅਲੀ ਕਮਿਸ਼ਨ 'ਤੇ। ਫਜ਼ਲ ਅਲੀ ਕਮਿਸ਼ਨ ਕਦੋਂ ਬਣਿਆ ਸੀ, 1953 ਦੇ ਵਿੱਚ ਬਣ ਗਿਆ ਸੀ, ਠੀਕ ਆ। ਤਾਂ ਫਿਰ ਇਹ ਤੋਂ ਬਾਅਦ ਰਿਪੋਰਟ ਇਹਨੇ ਕਦੋਂ ਰੱਖੀ, 53 ਸਾਰਾ ਸਾਲ, 53 ਤਾਂ ਲੰਘ ਹੀ ਗਿਆ, 54 ਅਤੇ 55 ਸਾਰਾ। ਤਾਂ ਉਸ ਤੋਂ 55 ਦੇ ਵਿੱਚ ਬਿਲਕੁਲ ਲਾਸਟ 'ਤੇ ਜਾ ਕੇ ਆਪਣੀ ਰਿਪੋਰਟ ਸਬਮਿਟ ਕਰਤੀ। ਦੈਨ ਅਗਲੇ ਸਾਲ ਫਿਰ ਕੀ ਹੋ ਜਾਂਦਾ, ਬਣ ਜਾਂਦਾ ਆਪਣਾ ਸਟੇਟ ਰੀਆਰਗਨਾਈਜੇਸ਼ਨ ਐਕਟ। ਫਿਰ ਇਹ ਤੋਂ ਬਾਅਦ ਭਾਸ਼ਾ ਦੇ ਆਧਾਰ 'ਤੇ ਸਟੇਟਸ ਬਣਨੀਆਂ ਸਟਾਰਟ ਹੋ ਜਾਂਦੀਆਂ। ਤਾਂ ਇਹ ਐਕਟ ਤੋਂ ਪਹਿਲਾਂ 1953 ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਸਟੇਟ ਬਣੀ ਸੀ ਭਾਸ਼ਾ ਦੇ ਆਧਾਰ 'ਤੇ, ਉਹ ਬਣੀ ਸੀ ਆਂਧਰਾ ਪ੍ਰਦੇਸ਼। ਔਰ ਆਪਣੇ ਪੰਜਾਬ ਦੇ ਬਾਰੇ ਯਾਦ ਰੱਖ ਲਓ, 1 ਨਵੰਬਰ 1966 ਦੇ ਵਿੱਚ। ਡਨ। ਤਾਂ ਇਹ ਕੁਐਸਚਨ ਮਿਲੇ ਜੁਲੇ ਫੈਕਟ ਬੱਚੇ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਉਮੀਦ ਕਰਦਾ ਵੀ ਤੁਹਾਨੂੰ ਇੰਨਾ ਟੌਪਿਕ ਕਲੀਅਰ ਚੱਲਦਾ ਹੋਊਗਾ। ਬਾਕੀ ਬੱਚੇ ਦੇਖੋ ਕੁਐਸਚਨ ਇਹਦੇ ਬਾਰੇ ਆਪਣੇ ਕੋਲੇ ਹੋਰ ਵੀ ਹੈਗੇ ਨੇ, ਬਟ ਉਹਨਾਂ ਦੇ ਬਾਰੇ ਫਿਰ ਵੀਡੀਓ ਆਪਣੀ ਜ਼ਿਆਦਾ ਲੰਬੀ ਹੋ ਜਾਣੀ ਆ ਬੱਚੇ, ਇੰਨਾ ਟਾਈਮ ਤੁਹਾਨੂੰ ਬੈਠਣਾ ਔਖਾ ਹੋ ਜਾਂਦਾ। ਇੱਕ ਹੀ ਟੌਪਿਕ ਨੂੰ ਆਪਾਂ ਫਿਰ ਜਦੋਂ ਪੜ੍ਹੀ ਜਾਂਦੇ ਹਾਂ ਸਬਜੈਕਟ ਨੂੰ ਤਾਂ ਉਹ ਬੋਰਿੰਗ ਕੰਮ ਹੋ ਜਾਂਦਾ। ਆਪਾਂ ਨਹੀਂ ਚਾਹੁੰਦੇ ਆਪਾਂ ਕਿਸੇ ਵੀ ਸਬਜੈਕਟ ਨੂੰ, ਪੋਲਿਟੀ ਜਾਂ ਫਿਰ ਹਿਸਟਰੀ, ਇਹਨਾਂ ਨੂੰ ਆਪਾਂ ਬੋਰਿੰਗ ਕਰਕੇ ਪੜ੍ਹੀਏ। ਤਾਂ ਇਹ ਤੋਂ ਬਿਨਾਂ ਆਪਾਂ ਜਿਵੇਂ ਕਿਹਾ ਸੀ ਆਪਾਂ ਕੋਈ ਹੋਰ ਤੁਹਾਨੂੰ ਫੈਕਟ ਕਰਾਵਾਂਗੇ। ਤਾਂ ਇਹਦੇ ਵਿੱਚੋਂ ਮੈਂ ਤੁਹਾਨੂੰ ਅੱਜ ਇੱਕ ਅੱਧਾ ਕੋਈ ਫੈਕਟ ਹੋਰ ਦੱਸ ਦਿੰਦਾ ਬੱਚੇ।
ਬਾਕੀ ਜਿਹੜੇ ਤੁਹਾਨੂੰ ਮੈਂ ਕੁਐਸਚਨ ਬੱਚੇ ਕਹੇ ਆ ਵੀ ਤੁਸੀਂ ਉਹਨਾਂ ਨੂੰ ਕਮੈਂਟ ਕਰਕੇ ਦੱਸਣਾ, ਉਹ ਤੁਸੀਂ ਜ਼ਰੂਰ ਦੱਸਣਾ। ਦੇਖੋ ਅੱਜ ਆਪਾਂ ਗੱਲ ਕਰਦੇ ਹਾਂ ਕੇਂਦਰੀ ਫਾਈਨਾਂਸ ਕਮਿਸ਼ਨ ਦੀ। ਕੇਂਦਰੀ ਫਾਈਨਾਂਸ ਕਮਿਸ਼ਨ, ਠੀਕ ਆ। ਤਾਂ ਹੁਣ ਕਿਹੜਾ ਚੱਲ ਰਿਹਾ, ਯਾਦ ਰੱਖਣਾ ਬਈ 15ਵਾਂ, ਠੀਕ ਆ। ਤਾਂ ਇਹ ਕਦੋਂ ਤੱਕ ਆ, 20 ਤੋਂ ਲੈ ਕੇ 25 ਤੱਕ ਆ। ਚੇਅਰਮੈਨ NK ਸਿੰਘ। ਆਰਟੀਕਲ 280। ਟਨਿਓਰ 5 ਸਾਲ ਜਾਂ ਫਿਰ 65 ਸਾਲ, ਜਿਹੜਾ ਵੀ ਇਹਨਾਂ ਚੋਂ ਪਹਿਲਾਂ ਹੁੰਦਾ ਉਹਦੇ ਅਕੋਰਡਿੰਗਲੀ ਇਹਨਾਂ ਦਾ ਟਨਿਓਰ ਹੁੰਦਾ ਗਾ। ਔਰ ਇਹਨਾਂ ਦੀ ਨਿਯੁਕਤੀ ਜਾਂ ਫਿਰ ਰਿਮੂਵਲ ਕੌਣ ਕਰਦਾ, ਰਾਸ਼ਟਰਪਤੀ। ਇੱਥੇ ਐਡਵਾਈਜ਼ ਹੁੰਦੀ ਆ ਕੇਂਦਰ ਸਰਕਾਰ ਦੀ, ਰਿਜ਼ਾਈਨ ਵੀ ਰਾਸ਼ਟਰਪਤੀ ਨੂੰ ਦਿੰਦੇ ਆ ਔਰ ਰੀਪੁਆਇੰਟ ਕੀਤੇ ਜਾ ਸਕਦੇ ਆ। ਔਰ ਆਪਦੀ ਸਾਲਾਨਾ ਰਿਪੋਰਟ ਇਹ ਰੱਖਦੇ ਆ ਰਾਸ਼ਟਰਪਤੀ ਨੂੰ। ਔਰ ਜੇ ਕਿੰਨੇ ਮੈਂਬਰੀ ਬੋਡੀ ਆ, ਇੱਕ ਚੇਅਰਮੈਨ ਹੁੰਦਾ ਇਹਨਾਂ ਦਾ, ਜਾਣੀ ਕਿ ਜਿਹੜਾ ਚੇਅਰਪਰਸਨ ਹੋਊਗਾ, ਉਹ ਤੋਂ ਬਿਨਾਂ 4 ਮੈਂਬਰ ਹੁੰਦੇ ਆ। ਔਰ ਉਹਨਾਂ ਦੇ ਵਿੱਚੋਂ ਨੌਲੇਜ ਆਫ ਇਕਨੋਮਿਕ, ਨੌਲੇਜ ਆਫ ਅਕਾਊਂਟ, ਨੌਲੇਜ ਆਫ ਫਾਈਨੈਂਸ਼ੀਅਲ ਮੈਟਰ, ਰਿਟਾਇਰਡ ਜੱਜ ਆਫ ਹਾਈ ਕੋਰਟ, ਇਹੋ ਜਿਹੇ ਜਿਹੜੇ ਯੋਗਤਾ ਵਾਲੇ ਬੰਦੇ ਹੁੰਦੇ ਆ ਉਹਨਾਂ ਨੂੰ ਮੈਂਬਰ ਬਣਾਇਆ ਜਾਂਦਾ। ਚੇਅਰਮੈਨ ਹੁੰਦਾ ਜਿਹੜਾ, ਉਹਨੂੰ ਨੌਲੇਜ ਆਫ ਪਬਲਿਕ ਅਫੇਅਰਸ ਦੀ ਹੋਣੀ ਬਹੁਤ ਜ਼ਰੂਰੀ ਆ। ਅਤੇ ਜਿਹੜਾ ਆਪਣਾ ਫਸਟ ਵਿੱਤ ਆਯੋਗ ਬਣਿਆ ਸੀ ਉਹ 1951 ਤੋਂ ਲੈ ਕੇ 56 ਤੱਕ ਬਣਿਆ ਸੀ। ਉਹਦੇ ਜਿਹੜੇ ਚੇਅਰਪਰਸਨ ਸੀ KC ਨਿਯੋਗੀ ਸੀਗੇ। ਓਕੇ, ਇਹ ਤੋਂ ਬਾਅਦ ਬਾਕੀਆਂ ਨੂੰ ਆਪਾਂ ਮਤਲਬ ਕਿ ਇੰਨਾ ਨਹੀਂ ਕਰਨਾ। ਤਾਂ ਹੁਣ ਜਿਹੜਾ 15ਵਾਂ ਚੱਲ ਰਿਹਾ ਗਾ, ਡਨ। ਫੰਕਸ਼ਨ ਕੀ ਹੁੰਦੇ ਇਹਦੇ, ਐਡਵਾਈਜ਼ਰੀ ਬੋਡੀ ਇਹ, ਇਹਦੀਆਂ ਰਿਕਮੈਂਡੇਸ਼ਨ ਕਰਨੀਆਂ ਹੁੰਦੀਆਂ ਜਿਹੜੇ ਟੈਕਸ ਦੀਆਂ, ਜਿਵੇਂ ਆਪਾਂ ਕੱਲ੍ਹ ਕਰਿਆ ਸੀ ਵੀ ਸਟੇਟ ਤੇ ਜਿਹੜੀ ਲੋਕਲ ਲੈਵਲ ਦੀ ਗਵਰਨਮੈਂਟ ਹੁੰਦੀ ਹੈ, ਸਟੇਟ ਦਾ ਫਾਈਨਾਂਸ ਕਮਿਸ਼ਨ ਉਹਨਾਂ ਦੇ ਵਿਚਾਲੇ ਡਿਸਟਰੀਬਿਊਸ਼ਨ ਕਰਦਾ, ਸਿਫਾਰਸ਼ਾਂ ਕਰਦਾ। ਇਹ ਸੈਂਟਰ ਐਂਡ ਸਟੇਟਸ ਦੇ ਵਿਚਾਲੇ ਕੰਮ ਕਰਦਾ। ਬਾਕੀ ਗ੍ਰਾਂਟ ਇਨ ਏਡ ਟੂ ਦਾ ਸਟੇਟ। ਇਹ ਬੱਚੇ ਇੰਨੇ ਕੁ ਫੈਕਟ ਵਾਸਤੇ ਤੁਸੀਂ ਇਹਦੇ ਯਾਦ ਕਰ ਲਿਓ, ਉਦੋਂ ਜ਼ਿਆਦਾ ਤੁਹਾਨੂੰ ਡੈਫਥ ਦੇ ਵਿੱਚ ਜਾ ਕੇ ਇਹਦੇ ਵਿੱਚੋਂ ਕੋਈ ਕੁਐਸਚਨ ਨਹੀਂ ਆਊਗਾ। ਸਟੇਟ ਦਾ ਫਾਈਨਾਂਸ ਕਮਿਸ਼ਨ ਆਪਾਂ ਕੱਲ੍ਹ ਕਰ ਲਿਆ ਸੀ, ਔਰ ਇੰਟਰ ਸਟੇਟ ਕਾਊਂਸਲ ਵੀ ਆਪਣਾ ਕਰਿਆ ਹੋਇਆ। ਇਸ ਤੋਂ ਬਾਅਦ ਆਪਾਂ ਕਰਾਂਗੇ ਕੋਈ ਵੀ ਜਿਹੜੇ ਹੋਰ ਛੋਟੇ ਟੌਪਿਕ ਹੋਣਗੇ, ਉਹ ਆਪਾਂ ਜਦੋਂ ਅਗਲੀ ਵੀਡੀਓ ਕਰਾਂਗੇ ਤਾਂ ਉਹਦੇ ਨਾਲ ਹੀ ਬੱਚੇ ਇਹਨਾਂ ਦੇ ਨਾਲ ਮਿਲਦਾ ਜੁਲਦਾ ਆਪਾਂ ਕਰ ਲਾਂਗੇ। ਜਿਵੇਂ ਕਿ ਆਪਣੇ ਕੋਈ ਹਿਊਮਨ ਰਾਈਟ ਪ੍ਰੋਟੈਕਸ਼ਨ ਐਕਟ ਆ, ਜਾਂ ਫਿਰ ਨੈਸ਼ਨਲ ਹਿਊਮਨ ਇਹਦਾ ਆਪਣਾ SC ਵਾਲਾ ਜਾਂ OBC ਵਾਲਾ, ਇਹਨਾਂ ਦੇ ਰਿਲੇਟਡ ਐਕਟ ਨੇ, ਜਾਂ ਜਿਹੜੇ ਇਹਨਾਂ ਨੂੰ ਲੈ ਕੇ ਕੋਈ ਔਰਗਨਾਈਜੇਸ਼ਨ ਆ, ਠੀਕ ਆ। ਤਾਂ ਉਹਨਾਂ ਨੂੰ ਵੀ ਆਪਾਂ ਉਹਨਾਂ ਦੇ ਨਾਲ ਹੀ ਕਵਰ ਕਰ ਲੈਣਾ। ਅਤੇ ਜਿਹੜੀ ਇੱਕ ਅੱਧੀ ਇੰਪੋਰਟੈਂਟ ਸਕੀਮਸ ਹੋਣਗੀਆਂ ਉਹਨਾਂ ਨੂੰ ਵੀ ਆਪਾਂ ਤੁਹਾਡੇ ਨਾਲ ਐਵੇਂ ਵੀਡੀਓਜ਼ ਦੇ ਵਿੱਚ ਡਿਸਕਸ ਕਰ ਦਾਂਗੇ, ਜਿਹੜੇ ਕਿਸੇ ਕੁਐਸਚਨ ਦੇ ਨਾਲ ਉਹ ਚੀਜ਼ ਮਿਲਦੀ ਹੋਈ। ਤਾਂ ਬੱਚੇ ਵੀਡੀਓ ਤੁਹਾਨੂੰ ਅਗਰ ਪਸੰਦ ਆਈ ਤਾਂ ਤੁਸੀਂ ਲਾਈਕ ਜ਼ਰੂਰ ਕਰਨਾ ਔਰ ਕਮੈਂਟ ਕਰਕੇ ਆਨਸਰ ਜ਼ਰੂਰ ਕਰਿਆ ਕਰੋ ਬੱਚੇ, ਤਾਂ ਜੋ ਤੁਹਾਨੂੰ ਕਿੰਨੀ ਚੀਜ਼ ਕਵਰ ਹੋ ਰਹੀ ਆ ਜਾਂ ਤੁਹਾਨੂੰ ਕੁਛ ਨਹੀਂ ਸਮਝ ਆ ਰਿਹਾ, ਉਹ ਆਪਣਾ ਫੀਡਬੈਕ ਤੁਸੀਂ ਜ਼ਰੂਰ ਦਿਆ ਕਰੋ। ਜਿਹੜੇ ਚੈਨਲ 'ਤੇ ਨਵੇਂ ਆ, ਰਿਕੁਐਸਟ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ। ਵੀਡੀਓ ਦੇਖਣ ਲਈ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।